ਪਵਿੱਤਰ ਆਤਮਾ ਭਾਗ 3 ਰਿਸ਼ਤਿਆਂ ਦੇ 3 ਪੱਥਰ ਸਿਖਾਉਣ ਵਾਲੇ ਦੇ ਰੂਪ ਵਿੱਚ ਉਸ ਦਾ ਸਵਾਗਤ ਕਰੋ। ਇਸ ਤਰ੍ਹਾਂ ਦੀ ਹੋਰ ਸਾਧਨਾਂ ਵਾਲੀ ਸਮੱਗਰੀ ਨੂੰ ਵੇਖੋ ਤੇ ਡਾਊਨਲੋਡ ਕਰੋ www.cloudlibrary.org। एक नवे भाग ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿਸ਼ੇ ਬਾਰੇ ਪਿਛਲੇ ਭਾਗ ਵਿੱਚ ਅਸੀਂ ਗੱਲਬਾਤ ਕੀਤੀ ਸੀ ਉਸ ਬਾਰੇ ਲਗਾਤਾਰ ਗੱਲ ਕਰਾਂਗੇ। ਜੋ ਅਸੀਂ ਕਿਹਾ ਸੀ ਮੈਂ ਉਸ ਤੇ ਥੋੜਾ ਜਿਹਾ ਪੁਨਰ ਵਿਚਾਰ ਕਰਾਂਗਾ। ਯੀਸ਼ੂ ਮਸੀਹ ਨੇ ਕਿਹਾ ਕਿ ਸਾਡੇ ਲਈ ਇਹ ਲਾਭ ਦੀ ਗੱਲ ਹੈ ਕਿ ਉਹ ਜਾਵੇ। ਕਿਉਂਕਿ ਜੇਕਰ ਉਹ ਨਹੀਂ ਜਾਵੇਗਾ ਤਾਂ ਪਵਿੱਤਰ ਆਤਮਾ ਵੀ ਨਹੀਂ ਭੇਜ ਸਕੇਗਾ। ਅਗਰ ਯੀਸ਼ੂ ਮਸੀਹ ਰੁਕ ਗਏ ਹੁੰਦੇ ਤਾਂ ਸਾਨੂੰ ਇਜ਼ਰਾਈਲ ਤੱਕ ਜਹਾਜ਼ ਤੇ ਉੱਡ ਕੇ ਜਾਣਾ ਪੈਂਦਾ, ਲਾਈਨ ਵਿੱਚ ਲੱਗਣਾ ਪੈਂਦਾ ਤੇ ਇਹ ਸਭ ਵਿੱਚ ਉਸ ਨਾਲ ਗੱਲ ਕਰਨ ਦੇ ਲਈ ਹੋ ਸਕਦਾ ਹੈ ਕਿ ਕਈ ਮਹੀਨੇ ਲੱਗ ਜਾਂਦੇ। ਪਰ ਹੁਣ ਪਵਿੱਤਰ ਆਤਮਾ ਦੇ ਦੁਆਰਾ ਅਸੀਂ ਹਰ ਰੋਜ਼ ਉਸ ਨਾਲ ਗੱਲਬਾਤ ਕਰ ਸਕਦੇ ਹਾਂ। ਇਸੇ ਹੀ ਕਾਰਨ ਪੌਲਸ ਨੇ ਇਹ ਕਥਨ ਲਿਖਿਆ ਹੈ, ਪ੍ਰਭੂ ਯੀਸ਼ੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਸਾਂ ਸਭਨਾਂ ਤੇ ਹੋਵੇ। 2 ਕਰੰਥੀਆਂ 13:14। ਸੰਗਤ ਯੂਨਾਨੀ ਭਾਸ਼ਾ ਦਾ ਸ਼ਬਦ ਕੁਨੇਨੀਆ ਹੈ, ਜਿਸ ਦਾ ਅਰਥ ਹੈ ਮਿੱਤਰ ਭਾਵ, ਸਾਥ, ਸੰਚਾਰ, ਦੋਸਤੀ, ਸਾਂਝੇਦਾਰੀ, ਸਮਾਜਿਕ ਮੇਲ-ਜੋਲ, ਭਾਈਵਾਲੀ, ਸਹਿਭਾਗੀ, ਪਰਸਪਰ ਗੂੜ ਮੇਲ ਮਿਲਾਪ। ਅਸੀਂ ਇਸ ਨੂੰ 3 ਵੱਡੀਆਂ ਸ਼੍ਰੇਣੀਆਂ ਵਿੱਚ ਵੰਡ ਰਹੇ ਹਾਂ। ਪਹਿਲੀ ਸ਼੍ਰੇਣੀ ਮਿੱਤਰ ਭਾਵ ਹੈ, ਦੂਜੀ ਸ਼੍ਰੇਣੀ ਗੂੜ ਸੰਬੰਧ ਹੈ ਤੇ ਤੀਸਰੀ, ਜਿਸ ਨੂੰ ਮੈਂ ਇਸ ਭਾਗ ਵਿੱਚ ਲਿਆਉਣ ਲਈ ਬਹੁਤ ਹੀ ਉਤਸੁਕ ਹਾਂ, ਅਤੇ ਉਹ ਹੈ ਗੂੜੀ ਦੋਸਤੀ। ਸਭ ਤੋਂ ਪਹਿਲਾਂ ਮਿੱਤਰ ਭਾਵ। ਮਿੱਤਰ ਭਾਵ ਦਾ ਅਰਥ ਹੈ ਇੱਕ ਸੰਬੰਧ, ਇੱਕ ਦੋਸਤੀ, ਜਿਸ ਦਾ ਅਰਥ ਹੈ ਆਪਸ ਵਿੱਚ ਸਹਿਭਾਗੀ ਹੋਣਾ। ਇਹ ਇੱਕ ਦੂਸਰੇ ਨੂੰ ਜਾਣਕਾਰੀ ਦਿੰਦੇ ਰਹਿਣਾ ਹੈ। ਅਸੀਂ ਪੌਲਸ ਨੂੰ ਲਿਖਿਆ ਉਹ ਗੱਲਾਂ ਨੂੰ ਵੇਖਦੇ ਹਾਂ ਕਿ ਪਵਿੱਤਰ ਆਤਮਾ ਉਸ ਨੂੰ ਹਰੇਕ ਨਗਰ ਵਿੱਚ ਇਹ ਕਹਿ ਕੇ ਸਾਖੀ ਦਿੰਦਾ ਸੀ ਕਿ ਬੰਧਨ ਅਤੇ ਬਿਪਤਾ ਉਸ ਦੇ ਲਈ ਤਿਆਰ ਹਨ। ਅਸੀਂ ਵੇਖਦੇ ਹਾਂ ਕਿ ਪਵਿੱਤਰ ਆਤਮਾ ਦੇ ਦੁਆਰਾ ਭਾਈਆਂ ਨੂੰ ਕਈਆਂ ਸ਼ਹਿਰਾਂ ਵਿੱਚ ਜਾਣ ਤੋਂ ਰੋਕਿਆ ਗਿਆ। ਅਸੀਂ ਕਈ ਅਜਿਹੀਆਂ ਪ੍ਰਸਥਿਤੀਆਂ ਨੂੰ ਵੇਖਦੇ ਹਾਂ ਜਿਨ੍ਹਾਂ ਵਿੱਚ ਪਵਿੱਤਰ ਆਤਮਾ ਨੇ ਫਿਲਿਪਸ ਨੂੰ ਕਿਹਾ, ਅਗਾਹਾਂ ਚੱਲ ਅਤੇ ਇਸ ਰੱਥ ਨਾਲ ਮਿਲ ਜਾ। ਦੂਸਰਾ ਸ਼ਬਦ ਗੂੜ ਸੰਬੰਧ ਹੈ। ਸਾਥ ਦਾ ਇਹ ਅਰਥ ਹੈ ਇਕੱਠੇ ਮਿਲ ਕੇ ਕੰਮ ਕਰਨਾ। ਇਸ ਦਾ ਅਰਥ ਹੈ ਕਿ ਤੁਸੀਂ ਆਪਸ ਵਿੱਚ ਸਾਥੀ ਹੋ। ਉਹ ਸੰਦੇਸ਼ਵਾਹਕ ਅੰਤਰਰਾਸ਼ਟਰੀ ਉੱਚ ਸਹਿਭਾਗੀ ਹੈ। ਜਦੋਂ ਅਸੀਂ ਆਪਣੀਆਂ ਬੋਰਡ ਮੀਟਿੰਗਾਂ ਵਿੱਚ ਜਾਂਦੇ ਹਾਂ, ਮੈਂ ਹਮੇਸ਼ਾ ਕਹਿੰਦਾ ਹਾਂ, ਪਵਿੱਤਰ ਆਤਮਾ ਨੂੰ ਅਸੀਂ ਪਾਲਿਆ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ ਤੇ ਮੈਂ ਇਹ ਕਹਿੰਦਾ ਹਾਂ, ਇਸ ਸਥਾਨ ਤੇ ਤੁਸੀਂ ਉੱਚ ਸਹਿਭਾਗੀ ਹੋ ਅਤੇ ਉਹ ਹੈ ਜੋ ਅਸਲੀਅਤ ਵਿੱਚ ਉਦੇਸ਼ਾਂ ਨੂੰ ਬੋਲੋਗੇ, ਕਿਉਂਕਿ ਇਸ ਸੇਵਕਾਈ ਦੇ ਸਰਵ ਵਿੱਚ ਪ੍ਰਭੂ ਤੁਸੀਂ ਹੀ ਹੋ। ਮੇਰੇ ਜੀਵਨ ਅਤੇ ਮੇਰੇ ਪਰਿਵਾਰ ਦੇ ਸਰਵ ਵਿੱਚ ਪ੍ਰਭੂ ਤੁਸੀਂ ਹੀ ਹੋ। ਆਮੀਨ। ਸਹਿਭਾਗੀ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਅਸੀਂ 1 ਕਰੰਥੀਆਂ 3:9 ਵਿੱਚ ਵੇਖਦੇ ਹਾਂ, ਅਸੀਂ ਕੰਮ ਕਰਨ ਵਿੱਚ ਪਰਮੇਸ਼ਵਰ ਦੇ ਸਾਂਝੀ ਹਾਂ। ਇਹ ਇੱਕ ਮਨ ਨੂੰ ਖੁਸ਼ ਕਰ ਦੇਣ ਵਾਲਾ ਕਥਨ ਹੈ। ਤੁਸੀਂ ਰਸੂਲਾਂ ਨੂੰ ਵੇਖਦੇ ਹੋ, ਉਹ ਪਵਿੱਤਰ ਆਤਮਾ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਕਹਿੰਦੇ ਸਨ ਕਿ ਸਾਡੇ ਅਤੇ ਪਵਿੱਤਰ ਆਤਮਾ ਦੇ ਲਈ ਬਹੁਤ ਹੀ ਚੰਗਾ ਹੈ। ਉਹ ਪਵਿੱਤਰ ਆਤਮਾ ਨੂੰ ਉਸ ਦੇ ਬੋਲਣ ਤੋਂ ਬਿਨਾਂ ਹੀ ਦਰਸਾਉਣ ਦੇ ਯੋਗ ਸਨ। ਉਹ ਇੰਨੀ ਚੰਗੀ ਤਰ੍ਹਾਂ ਨਾਲ ਉਸ ਨੂੰ ਜਾਣਦੇ ਸਨ। ਅਤੇ ਫਿਰ ਅਸੀਂ ਅਜਿਹੇ ਲੋਕਾਂ ਨੂੰ ਵੇਖਦੇ ਹਾਂ ਜੋ ਪਵਿੱਤਰ ਆਤਮਾ ਤੋਂ ਬਿਨਾਂ ਹੀ ਯੀਸ਼ੂ ਮਸੀਹ ਨਾਲ ਸੰਬੰਧ ਰੱਖਣਾ ਚਾਹੁੰਦੇ ਸਨ। ਕਿੰਨੀ ਦੁੱਖ ਦੀ ਗੱਲ ਹੈ। ਕੀ ਕਾਰਨ ਹੈ ਕਿ ਮਸਲੀਅਤ ਇੰਨੀ ਜ਼ਿਆਦਾ ਸੁੱਕ ਗਈ ਹੈ। ਉਹ ਅਸਲੀਅਤ ਵਿੱਚ ਵਿਅਕਤੀ ਨੂੰ ਜਾਣਨ ਨੂੰ ਅੱਗੇ ਨਹੀਂ ਆਉਂਦੇ ਹਨ। ਉਹ ਇਹ ਕਿਤਾਬ ਦੇ ਇਤਿਹਾਸਿਕ ਰੂਪ ਨੂੰ ਜਾਣਦੇ ਹਨ। ਪਵਿੱਤਰ ਆਤਮਾ ਦੇ ਬਹੁਤ ਨਜ਼ਦੀਕ ਹੋਣ ਜਾਣ ਤੋਂ ਪਹਿਲਾਂ ਮੈਂ ਪਵਿੱਤਰ ਬਾਈਬਲ ਪੜ੍ਹਦਾ ਸੀ। ਕੀ ਤੁਸੀਂ ਜਾਣਦੇ ਹੋ ਮੈਂ ਕੀ ਸੋਚਦਾ ਹੁੰਦਾ ਸੀ? ਮੈਂ ਪੂਰੇ ਦਿਲ ਨਾਲ ਪਰਮੇਸ਼ਵਰ ਨੂੰ ਪਿਆਰ ਕਰਦਾ ਹਾਂ, ਲੇਕਿਨ ਇਹ ਥੋੜਾ ਜਿਹਾ ਖੁਸ਼ਕ ਹੈ। ਕੀ ਤੁਸੀਂ ਜਾਣਦੇ ਹੋ, ਜਦੋਂ ਤੋਂ ਪਵਿੱਤਰ ਆਤਮਾ ਆਪਣੀ ਪੂਰੀ ਭਰਪੂਰੀ ਨਾਲ ਮੇਰੇ ਵਿੱਚ ਵਧਣ ਲਈ ਆ ਚੁੱਕਿਆ ਹੈ, ਉਸ ਸਮੇਂ ਤੋਂ ਪਵਿੱਤਰ ਬਾਈਬਲ ਕਦੀ ਵੀ ਮੇਰੇ ਲਈ ਖੁਸ਼ਕ ਨਹੀਂ ਰਹੀ ਹੈ। ਇਹ ਸਹਿਭਾਗੀ ਤੋਂ ਵੀ ਗਹਿਰਾ ਸੰਬੰਧ ਬਣ ਗਿਆ ਹੈ। ਸਮਝਦਾਰੀ ਦਾ ਗੂੜਾ ਸੰਬੰਧ ਬਣਦਾ ਜਾਂਦਾ ਹੈ। ਮੈਂ ਲੀਜ਼ਾ ਤੇ ਆਪਣੇ ਬਾਰੇ ਗੱਲ ਕੀਤੀ ਸੀ। ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਮੈਂ ਇਸ ਸੱਚਾਈ ਨੂੰ ਪਸੰਦ ਕਰਦਾ ਹਾਂ ਕਿ ਜਦੋਂ ਲੋਕ ਜੌਨ ਬੀਵੀਅਰ ਨੂੰ ਸੁਣਦੇ ਹਨ ਤਾਂ ਉਹ ਲੀਜ਼ਾ ਬੀਵੀਅਰ ਦੇ ਵਿਸ਼ੇ ਵਿੱਚ ਸੋਚਦੇ ਹਨ, ਅਤੇ ਜਦੋਂ ਲੀਜ਼ਾ ਬੀਵੀਅਰ ਨੂੰ ਸੁਣਦੇ ਹਨ ਤਾਂ ਉਹ ਜੌਨ ਬੀਵੀਅਰ ਦੇ ਬਾਰੇ ਵਿੱਚ ਸੋਚਦੇ ਹਨ। ਠੀਕ ਜਿਵੇਂ ਤੁਸੀਂ ਕਿਸੇ ਬੈਂਡ ਦੇ ਬਾਰੇ ਸੁਣੋ ਤਾਂ ਤੁਸੀਂ ਪੌਲ ਮੈਕਾਰਟਨੀ ਅਤੇ ਬੀਟਲਸ ਦੇ ਵਿਸ਼ੇ ਵਿੱਚ ਸੋਚਦੇ ਹੋ, ਠੀਕ ਜਿਸ ਤਰ੍ਹਾਂ ਤੁਸੀਂ ਕਰਲੀ ਬਾਰੇ, ਮੂ ਅਤੇ ਲੈਰੀ ਦੇ ਬਾਰੇ ਸੋਚਦੇ ਹੋ। ਇਹ ਹੈ ਸਮਝਦਾਰੀ ਦਾ ਸੰਬੰਧ। ਪਰ ਇਹ ਹੋਰ ਵੀ ਗਹਿਰਾ ਹੁੰਦਾ ਜਾਂਦਾ ਹੈ ਜਦੋਂ ਤੁਸੀਂ ਪਵਿੱਤਰ ਆਤਮਾ ਨਾਲ ਗੱਲ ਕਰਦੇ ਅਤੇ ਜਦੋਂ ਤੁਸੀਂ ਪਵਿੱਤਰ ਆਤਮਾ ਦੇ ਨਾਲ ਸਹਿਭਾਗੀ ਹੁੰਦੇ ਹੋ, ਉਸ ਨਾਲ ਸੰਗਤੀ ਕਰਦੇ ਹੋ, ਤਾਂ ਕੀ ਹੁੰਦਾ ਹੈ ਕਿ ਲੋਕ ਪਵਿੱਤਰ ਆਤਮਾ ਦੇ ਨਾਲ ਤੁਹਾਡੀ ਸਹਿਭਾਗੀਤਾ ਦੇ ਪ੍ਰਤੀ ਜਾਗਰੂਕ ਹਨ। ਕੁਝ ਅਜਿਹੇ ਸ਼ੁਭ ਸਮਾਚਾਰ ਦੇ ਪ੍ਰਚਾਰਕ ਸੇਵਕ ਲੋਕ ਹਨ, ਮੈਨੂੰ ਇਹ ਕਹਿਣਾ ਪਵੇਗਾ, ਜਦੋਂ ਮੈਂ ਉਹਨਾਂ ਨੂੰ ਵੇਖਦਾ ਹਾਂ ਤਾਂ ਮੈਂ ਸਮਝ ਜਾਂਦਾ ਹਾਂ ਕਿ ਇਹਨਾਂ ਵਿੱਚ ਸੱਚਮੁੱਚ ਪਵਿੱਤਰ ਆਤਮਾ ਦੇ ਨਾਲ ਗਹਿਰੀ ਸਹਿਭਾਗੀਤਾ ਹੈ। ਤੁਸੀਂ ਉਹਦੀ ਹਜ਼ੂਰੀ ਦਾ ਅਹਿਸਾਸ ਕਰ ਸਕਦੇ ਹੋ। ਅਸੀਂ ਚਰਚ ਵਿੱਚ ਕੁਝ ਅਜਿਹਾ ਕੀਤਾ ਹੈ ਜਿਸ ਨਾਲ ਮੈਂ ਬਹੁਤ ਗਹਿਰਾਈ ਨਾਲ ਜੁੜਿਆ ਹੋਇਆ ਹਾਂ, ਅਤੇ ਉਹ ਇਹ ਹੈ, ਅਸੀਂ ਹਜ਼ੂਰੀ ਲਈ ਵਾਤਾਵਰਣ ਨੂੰ ਤਿਆਰ ਕੀਤਾ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੀਆਂ ਕਲੀਸਿਆਵਾਂ ਵਿੱਚ ਸਾਨੂੰ ਮਹਾਨ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਿਛਲੇ 10 ਸਾਲਾਂ ਤੋਂ ਮੈਂ ਤੁਹਾਨੂੰ ਕਿਹਾ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਮਿਹਰਬਾਨ ਹੈ। ਮੈਂ ਉਸ ਵਾਤਾਵਰਣ ਦੇ ਨਾਲ ਬਹੁਤ ਹੀ ਆਨੰਦਿਤ ਹਾਂ ਜੋ ਅਸੀਂ ਲਾਈਟਾਂ ਤੇ ਧੂਏ ਅਤੇ ਆਰਾਧਨਾ ਦੇ ਦੁਆਰਾ ਸਥਾਪਿਤ ਕੀਤਾ ਹੋਇਆ ਹੈ। ਪਰ ਕੀ ਤੁਸੀਂ ਜਾਣਦੇ ਹੋ, ਮੈਂ ਹਮੇਸ਼ਾ ਅਜਿਹੇ ਕੁਝ ਆਗੂਆਂ ਨੂੰ ਵੇਖਿਆ ਜੋ ਵਾਤਾਵਰਣ ਨੂੰ ਬਣਾਈ ਰੱਖਣ ਲਈ ਥਾਪੇ ਗਏ ਹਨ, ਜੋ ਹਜ਼ੂਰੀ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਮੈਂ ਕਹਿੰਦਾ ਹਾਂ, ਵਾਤਾਵਰਣ ਬਣਾਈਏ ਤੇ ਹਜ਼ੂਰੀ ਨੂੰ ਆਉਣ ਦਈਏ। ਆਮੀਨ। ਸੱਚਮੁੱਚ ਮੈਂ ਇਸ ਗੱਲ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਕਿ ਮੈਂ ਇੱਕ ਸੰਗਤੀ ਵਿੱਚ ਜਾਵਾਂ ਤੇ ਉੱਥੇ ਇਸ ਗੱਲ ਤੋਂ ਬਗੈਰ ਹੀ ਵਾਪਸ ਆ ਜਾਵਾਂ ਕਿ ਲੋਕ ਯੀਸ਼ੂ ਮਸੀਹ ਦੀ ਹਜ਼ੂਰੀ ਦੇ ਪ੍ਰਕਾਸ਼ਨ ਨੂੰ ਮਹਿਸੂਸ ਨਾ ਕਰ ਸਕਣ ਜਾਂ ਉਸ ਦੀ ਹਜ਼ੂਰੀ ਦਾ
ਦਾ ਅਹਿਸਾਸ ਨਾ ਕਰ ਸਕਣ। ਉਹ ਕੌਣ ਹੈ ਜੋ ਇਹ ਕਰ ਸਕਦਾ ਹੈ? ਪਵਿੱਤਰ ਆਤਮਾ। ਇਹ ਮਸੀਹਤ ਦਾ ਇੱਕ ਹਿੱਸਾ ਹੈ ਜੋ ਕਹਿੰਦਾ ਹੈ ਮੈਂ ਆਪਣੇ ਆਪ ਨੂੰ ਤੁਹਾਡੇ ਉੱਤੇ ਪ੍ਰਗਟ ਕਰਾਂਗਾ। ਉਹ ਅਜਿਹਾ ਕਿਵੇਂ ਕਰਦਾ ਹੈ? ਉਹ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹੈ। ਇਹ ਯੀਸ਼ੂ ਮਸੀਹ ਦੇ ਆਤਮਾ ਦੇ ਦੁਆਰਾ ਅਜਿਹਾ ਕਰਦਾ ਹੈ। ਇਸ ਲਈ ਇਸ ਸਥਾਨ ਦੇ ਉੱਤੇ ਇੱਕ ਸੰਬੰਧ ਹੈ। ਅਸੀਂ ਹੁਣ ਗੂੜੇ ਸੰਬੰਧ ਤੱਕ ਪਹੁੰਚ ਚੁੱਕੇ ਹਾਂ। ਇਸ ਗੂੜ ਸੰਬੰਧ ਦੇ ਬਾਰੇ ਮੈਂ ਗੱਲ ਸ਼ੁਰੂ ਕੀਤੀ ਸੀ ਤੇ ਗੂੜ ਸੰਬੰਧ ਕੇਵਲ ਸਹਿਭਾਗਿਤਾ ਦੇ ਨਾਲ ਹੀ ਅੱਗੇ ਵੱਧ ਸਕਦਾ ਹੈ, ਜਿਸ ਦੇ ਵਿਸ਼ੇ ਵਿੱਚ ਅਸੀਂ ਪਹਿਲਾਂ ਗੱਲ ਕੀਤੀ ਹੈ। ਪਰ ਇਹ ਸਹਿਭਾਗਿਤਾ ਤੋਂ ਵੀ ਗਹਿਰਾ ਹੁੰਦਾ ਹੈ। ਇਹ ਸਾਡੇ ਵਿਚਾਰਾਂ, ਸਾਡੇ ਗੂੜ ਭੇਤਾਂ, ਸਾਡੇ ਦਿਲਾਂ ਦੀਆਂ ਇੱਛਾਵਾਂ ਨੂੰ ਸਾਂਝਾ ਕਰਨ ਤੱਕ ਪਹੁੰਚ ਜਾਂਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਵਿੱਤਰ ਆਤਮਾ ਦੇ ਨਾਲ ਤੁਹਾਡਾ ਇੱਕ ਅਜਿਹਾ ਸੰਬੰਧ ਬਣ ਸਕਦਾ ਹੈ ਜਿੱਥੇ ਤੁਸੀਂ ਉਹੀ ਇੱਛਾ ਰੱਖੋਗੇ ਜੋ ਪਵਿੱਤਰ ਆਤਮਾ ਦੀ ਇੱਛਾ ਹੈ। ਤੁਸੀਂ ਗੂੜ ਸੰਬੰਧ ਵਿੱਚ ਇੰਨਾ ਗਹਿਰਾ ਚਲੇ ਜਾਓਗੇ ਕਿ ਤੁਹਾਡੇ ਵਿਚਾਰ ਤੇ ਗੁਪਤ ਭੇਦ ਤੱਕ ਸਾਂਝੇ ਹੋ ਜਾਣਗੇ। ਪਰਮੇਸ਼ਰ ਦੇ ਗੁਪਤ ਭੇਦ ਹਨ। ਉਹ ਆਪਣੇ ਗਹਿਰੇ ਅਤੇ ਨਜ਼ਦੀਕੀ ਮਿੱਤਰਾਂ ਨਾਲ ਆਪਣੇ ਭੇਦਾਂ ਨੂੰ ਵੰਡਦਾ ਹੈ। ਜਦੋਂ ਤੁਸੀਂ ਪਵਿੱਤਰ ਆਤਮਾ ਦੇ ਨਾਲ ਉਸ ਦੀ ਮਿੱਤਰਤਾ ਨੂੰ ਵਧਾ ਲਵੋਗੇ ਤਾਂ ਫਿਰ ਪਰਮੇਸ਼ਰ ਆਪਣੇ ਭੇਦਾਂ ਨੂੰ ਤੁਹਾਡੇ ਤੇ ਖੋਲੇਗਾ। ਇਹੀ ਗੱਲ ਹੈ ਜਿਸ ਦੀ ਮੈਨੂੰ ਤੀਬਰ ਲਾਲਸਾ ਹੈ। ਮੈਂ ਇਹੋ ਹੀ ਚਾਹੁੰਦਾ ਹਾਂ। ਇਹ ਸਭ ਮਿੱਤਰਤਾ ਦੇ ਕਾਰਨ ਹੁੰਦਾ ਹੈ। ਸਹਿਭਾਗਿਤਾ ਸੰਗਤ ਦਾ ਅੰਤਿਮ ਉਦੇਸ਼ ਹੈ। ਪਰਮੇਸ਼ਰ ਦਾ ਆਤਮਾ ਤੁਹਾਡਾ ਮਿੱਤਰ ਬਣਨਾ ਚਾਹੁੰਦਾ ਹੈ। ਉਹ ਤੁਹਾਡੀ ਸੰਗਤੀ ਦੀ ਲਾਲਸਾ ਕਰਦਾ ਹੈ। ਯਕੂਬ ਰਸੂਲ ਨੇ ਯਕੂਬ ਦੀ ਪੱਤਰੀ 4:5 ਵਿੱਚ ਆਇਤ ਵਿੱਚ ਇਹ ਗੱਲ ਆਖੀ ਹੈ, ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ? ਜੋ ਧਰਮ ਪੁਸਤਕ ਐਵੇਂ ਹੀ ਕਹਿੰਦਾ ਹੈ ਭਈ ਤੁਸੀਂ ਉਸ ਆਤਮਾ ਲਈ ਜਿਹੜਾ ਉਹਨੇ ਤੁਹਾਡੇ ਵਿੱਚ ਵਸਾਇਆ ਅਣਖ ਨਾਲ ਲੋਚਦਾ ਹੈ। ਉਹ ਕਿਸ ਦੇ ਲਈ ਲੋਚਦਾ ਹੈ? ਉਹ ਤੁਹਾਡੀ ਤੇ ਮੇਰੀ ਗੂੜੀ ਗੱਲਬਾਤ ਲਈ ਲੋਚਦਾ ਹੈ। ਇਸ ਲਈ ਉਹ ਅਣਖ ਨਾਲ ਲੋਚਦਾ ਹੈ। ਜਲਨ ਦਾ ਅਰਥ ਹੈ ਕਿ ਹੋਰ ਪ੍ਰੇਮੀਆਂ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਯਕੂਬ 4 ਅਧਿਆਇ ਨੂੰ ਵੇਖੋ, ਉਹ ਗੱਲ ਕਰ ਰਿਹਾ ਹੈ ਕਿ ਜੇਕਰ ਤੁਸੀਂ ਇਹ ਸੰਸਾਰ ਦੇ ਮਿੱਤਰ ਬਣਨਾ ਚਾਹੁੰਦੇ ਹੋ ਤਾਂ ਸੰਸਾਰ ਕੀ ਹੈ? ਸੰਸਾਰ ਸਰੀਰ ਦੀਆਂ ਕਾਮਨਾਵਾਂ ਦੇ ਪਿੱਛੇ ਦੌੜਦਾ ਹੈ। ਅੱਖਾਂ ਦੀ ਅਭਿਲਾਸ਼ਾ, ਜੀਵਨ ਦਾ ਘਮੰਡ। ਜੀਵਨ ਦਾ ਘਮੰਡ ਕੀ ਹੈ? ਇਹ ਰੁਤਬਾ ਹੈ। ਤੁਸੀਂ ਕਦੇ ਵੀ ਸੰਸਾਰ ਨੂੰ ਵੇਖਦੇ ਹੋ, ਹਮੇਸ਼ਾ ਰੁਤਬੇ, ਅਹੁਦੇ ਦੇ ਪਿੱਛੇ ਭੱਜਦਾ ਹੈ। ਇਹੀ ਜੀਵਨ ਦਾ ਘਮੰਡ ਹੈ। ਸੰਸਾਰ ਉਹਨਾਂ ਚੀਜ਼ਾਂ ਦੀ ਭਾਲ ਕਰਦਾ ਹੈ। ਜੇਕਰ ਤੁਸੀਂ ਸੰਸਾਰ ਦੇ ਵਾਂਗ ਉਹਨਾਂ ਚੀਜ਼ਾਂ ਦੀ ਭਾਲ ਵਿੱਚ ਰਹੋਗੇ ਤਾਂ ਕੀ ਹੋਵੇਗਾ? ਤੁਸੀਂ ਆਪਣੇ ਤੇ ਉਸ ਦੇ ਵਿਚਕਾਰ ਦੁਸ਼ਮਣੀ ਨੂੰ ਪੈਦਾ ਕਰ ਲਵੋਗੇ, ਜਿਸ ਦੇ ਨਾਲ ਤੁਹਾਨੂੰ ਮਿੱਤਰਤਾ ਰੱਖਣੀ ਚਾਹੀਦੀ ਹੈ। ਇਸੇ ਕਾਰਨ ਉਹ ਖਾਮੋਸ਼ ਹੈ। ਉਹੀ ਉਸ ਦੀ ਆਵਾਜ਼ ਨੂੰ ਦਬਾ ਦਿੰਦੀ ਹੈ। ਇਹੀ ਢੰਗ ਹੈ ਜਿਸ ਨਾਲ ਮੈਨੂੰ ਬੋਲਣਾ ਚਾਹੀਦਾ ਹੈ। ਇਸ ਲਈ ਉਹ ਜਲਨ ਨਾਲ ਲਾਲਸਾ ਕਰਦਾ ਹੈ। ਠੀਕ ਜਿਸ ਤਰ੍ਹਾਂ ਇੱਕ ਆਦਮੀ ਇਹ ਨਹੀਂ ਚਾਹੁੰਦਾ ਕਿ ਉਸ ਦੀ ਪਤਨੀ ਕਸਬੇ ਦੇ ਆਸ-ਪਾਸ ਦੇ ਆਦਮੀਆਂ ਨਾਲ ਸੋਵੇ ਤੇ ਘਰ ਆਣ ਕੇ ਆਸ ਕਰੇ ਕਿ ਉਸ ਦਾ ਪਤੀ ਉਸ ਨਾਲ ਗੂੜ ਸੰਬੰਧ ਤੇ ਨਜ਼ਦੀਕੀ ਬਣਾਵੇ। ਇਸ ਲਈ ਜੇਕਰ ਤੁਸੀਂ ਸੰਸਾਰ ਦੇ ਨਾਲ ਇਸ਼ਕਬਾਜ਼ੀ ਕਰਦੇ ਹੋ ਤਾਂ ਪਵਿੱਤਰ ਆਤਮਾ ਤੁਹਾਡੇ ਨਾਲ ਗੂੜ ਸੰਬੰਧ ਨਹੀਂ ਬਣਾਵੇਗਾ। ਕੀ ਤੁਸੀਂ ਮੇਰੇ ਨਾਲ ਹੋ? ਅਸੀਂ ਸੰਸਾਰ ਵਿੱਚ ਰਹਿਣਾ ਹੈ ਪਰ ਸੰਸਾਰ ਦੇ ਨਹੀਂ ਹੋ ਜਾਣਾ ਹੈ। ਮੇਰਾ ਵਿਸ਼ਵਾਸ ਕਰੋ, ਯੀਸ਼ੂ ਮਸੀਹ ਰੰਗ ਰਲੀਆਂ ਵਾਲੀਆਂ ਪਾਰਟੀਆਂ ਵਿੱਚ ਜਾਂਦੇ ਸਨ। ਉਸ ਦੇ ਚਾਰ ਚੁਫੇਰੇ ਵੇਸ਼ਵਾਵਾਂ ਪਿੱਛੇ ਚੱਲਦੀਆਂ ਰਹਿੰਦੀਆਂ ਸਨ। ਉਹ ਕਈ ਬਹੁਤ ਹੀ ਖੂਬਸੂਰਤ ਜਗ੍ਹਾਵਾਂ ਤੇ ਵੀ ਜਾਂਦੇ ਸਨ, ਪਰ ਉਹ ਉੱਥੇ ਇਸ ਲਈ ਨਹੀਂ ਜਾਂਦੇ ਸਨ ਕਿ ਜਿਸ ਦੇ ਪਿੱਛੇ ਲੋਕ ਲੱਗੇ ਹੋਏ ਹਨ ਉਹ ਉਸ ਦਾ ਇੱਕ ਹਿੱਸਾ ਬਣ। ਉਹਨਾਂ ਜਗ੍ਹਾਵਾਂ ਤੇ ਉਹਨਾਂ ਲੋਕਾਂ ਤੱਕ ਪਹੁੰਚਣ ਲਈ ਜਾਂਦੇ ਸਨ। ਇਸ ਲਈ ਜਦੋਂ ਇਹ ਗੂੜ ਸੰਬੰਧ ਤੱਕ ਆ ਜਾਂਦਾ ਹੈ, ਅਸੀਂ ਆਪਣੇ ਇੱਕ ਭਾਗ ਵਿੱਚ ਇਸ ਦੀ ਖੋਜ ਕੀਤੀ ਸੀ ਕਿ ਅਸੀਂ ਇਹ ਪਾਇਆ ਸੀ ਕਿ ਪਵਿੱਤਰ ਆਤਮਾ, ਜੇਕਰ ਅਸੀਂ ਇਸ ਤੇ ਧਿਆਨ ਦਈਏ, ਇੱਕ ਯੋਧਾ ਦੇ ਸਮਾਨ ਸ਼ਕਤੀਸ਼ਾਲੀ ਹੈ। ਫਿਰ ਵੀ ਇਹ ਕੁਝ ਇਸਤਰੀ ਵਰਗਾ ਪੱਖ ਵੀ ਰੱਖਦਾ ਹੈ। ਮੈਂ ਅਜਿਹਾ ਨਹੀਂ ਕਹਿ ਰਿਹਾ ਕਿ ਪਵਿੱਤਰ ਆਤਮਾ ਇੱਕ ਇਸਤਰੀ ਹੈ। ਮੈਂ ਅਜਿਹਾ ਕਦੀ ਵੀ ਨਹੀਂ ਕਹਿੰਦਾ ਹਾਂ। ਉਹ ਕੋਈ ਦੇਵੀ ਨਹੀਂ ਹੈ ਜਦ ਕਿ ਉਸ ਨੂੰ ਦੁਖੀ ਕੀਤਾ ਜਾ ਸਕਦਾ ਹੈ। ਉਹ ਤਸੱਲੀ ਦੇਣ ਵਾਲਾ, ਠੀਕ ਇੱਕ ਇਸਤਰੀ ਦੀ ਤਰ੍ਹਾਂ। ਜੇਕਰ ਇੱਕ ਬੱਚੇ ਨੂੰ ਸੱਟ ਲੱਗਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਕੋਲ ਦੌੜਦਾ ਹੈ। ਉਹੀ ਹੈ ਜਿਸ ਨੂੰ ਪਿਤਾ ਤੇ ਪੁੱਤਰ ਦੋਵੇਂ ਕਹਿ ਕੇ ਸੁਰੱਖਿਅਤ ਰੱਖਦੇ ਹਨ। ਤੁਹਾਡੇ ਲਈ ਉਸ ਦੇ ਵਿਰੋਧ ਵਿੱਚ ਨਾ ਬੋਲਣਾ ਚੰਗਾ ਹੈ। ਜੇਕਰ ਤੁਸੀਂ ਉਸ ਦੇ ਵਿਰੋਧ ਵਿੱਚ ਪਾਪ ਕਰੋਗੇ ਤਾਂ ਤੁਸੀਂ ਖਤਮ ਹੋ ਜਾਵੋਗੇ। ਬਿਲਕੁਲ ਜਿਵੇਂ ਇੱਕ ਪਤੀ ਕਹਿੰਦਾ ਹੈ, ਜੇਕਰ ਤੂੰ ਮੇਰੀ ਪਤਨੀ ਦੇ ਵਿਰੁੱਧ ਬੋਲਿਆ ਤਾਂ ਤੂੰ ਨਹੀਂ ਬਚੇਗਾ। ਇਸ ਲਈ ਉਸ ਨਾਲ ਗੂੜ ਸੰਬੰਧ ਸਥਾਪਿਤ ਕਰਨ ਦੇ ਰਾਹੀਂ ਜਦੋਂ ਅਸੀਂ ਸਮਝ ਜਾਂਦੇ ਹਾਂ, ਉਹ ਗੱਲਬਾਤ ਅਤੇ ਸਹਿਭਾਗਿਤਾ ਵਿੱਚ ਕੋਮਲ ਹੈ ਜਦ ਕਿ ਉਹ ਪ੍ਰਗਟਾਵੇ ਵਿੱਚ ਸ਼ਕਤੀਸ਼ਾਲੀ ਹੈ। ਜਦੋਂ ਅਸੀਂ ਆਪਣੇ ਨਿੱਜੀ ਕਮਰੇ ਵਿੱਚ ਜਾ ਕੇ ਉਸ ਨਾਲ ਸੰਗਤੀ ਕਰਦੇ ਹਾਂ ਤਾਂ ਇਸ ਗੱਲ ਨੂੰ ਸਮਝੋ ਕਿ ਤੁਸੀਂ ਕੋਮਲ ਮੈਂਬਰ ਨਾਲ ਵਿਵਹਾਰ ਕਰ ਰਹੇ ਹੋ। ਸੰਵੇਦਨਸ਼ੀਲ ਮੈਂਬਰ ਇੱਕ ਅਜਿਹਾ ਮੈਂਬਰ ਜਿਸ ਨੂੰ ਆਸਾਨੀ ਨਾਲ ਦੁਖੀ ਕੀਤਾ ਜਾ ਸਕਦਾ ਹੈ, ਜੋ ਕਿ ਪਰਮੇਸ਼ਰ ਤੱਤ ਦਾ ਇੱਕ ਵਿਅਕਤੀ ਹੈ। ਇਸ ਲਈ ਜਦੋਂ ਤੁਸੀਂ ਉਸ ਦੇ ਨਾਲ ਸੰਗਤੀ ਕਰਨ ਲਈ ਅੰਦਰ ਆਓ ਤਾਂ ਉਸ ਦੇ ਸੁਭਾਅ ਨੂੰ ਸਮਝ ਕੇ ਜਾਓ। ਇੱਕ ਵਾਰ ਮੈਂ ਫਿਰ ਦੱਸ ਦਿਆਂ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਇਸਤਰੀ ਹੈ। ਹੁਣ ਇੱਕ ਅੰਤਿਮ ਭੇਦ ਜੋ ਮੈਂ ਉਸ ਸਮੇਂ ਸਿੱਖਿਆ ਜਦੋਂ ਮੈਂ ਪਵਿੱਤਰ ਆਤਮਾ ਦੀ ਗੂੜ ਸੰਗਤੀ ਵਿੱਚ ਆਇਆ, ਉਹ ਇਹ ਹੈ, ਜੇਕਰ ਤੁਸੀਂ ਉਸ ਦੇ ਨਾਲ ਮੇਲ ਮਿਲਾਪ ਨਹੀਂ ਕਰੋਗੇ ਤਾਂ ਉਹ ਸ਼ਾਂਤ ਹੀ ਰਹੇਗਾ। ਕੀ ਤੁਸੀਂ ਅਜਿਹਾ ਕੁਝ ਜਾਣਦੇ ਹੋ ਜਿਸ ਉੱਤੇ ਮੈਂ ਧਿਆਨ ਦਿੱਤਾ ਹੈ? ਮੈਂ 24 ਸਾਲਾਂ ਤੋਂ ਗਿਰਜਿਆਂ ਦੀਆਂ ਯਾਤਰਾਵਾਂ ਕਰਦਾ ਰਿਹਾ ਹਾਂ। ਜਦੋਂ ਕੋਈ ਵਿਅਕਤੀ ਗੱਡੀ ਚਲਾ ਕੇ ਮੈਨੂੰ ਲੈਣ ਆਉਂਦਾ ਹੈ, ਜੇਕਰ ਮੈਂ ਸੱਚਮੁੱਚ ਇੱਕ ਅਜਿਹੇ ਗਿਰਜੇ ਵਿੱਚ ਜਾਂਦਾ ਹਾਂ ਜਿੱਥੇ ਉਹਨਾਂ ਨੇ ਆਪਣੇ ਚੰਗੇ ਕਾਰਜਕਰਤਾਵਾਂ ਨੂੰ ਉੱਨਤ ਕੀਤਾ ਹੈ, ਤਾਂ ਉਹ ਵਿਅਕਤੀ ਜੋ ਮੈਨੂੰ ਲੈਣ ਆਇਆ ਹੁੰਦਾ ਹੈ, ਕੀ ਤੁਸੀਂ ਜਾਣਦੇ ਹੋ, ਉਹਨਾਂ ਨੂੰ ਸਿਖਾਇਆ ਹੋਇਆ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ, ਉਹਨਾਂ ਦੀਆਂ ਸਿਖਾਈਆਂ ਹੋਈਆਂ ਚੀਜ਼ਾਂ ਵਿੱਚ ਇੱਕ ਚੀਜ਼ ਹੁੰਦੀ ਹੈ ਜੋ ਉਹ ਕਰਦੇ ਹਨ, ਮੇਰੇ ਨਾਲ ਗੱਲ ਨਹੀਂ ਕਰਨੀ। ਉਹਨਾਂ ਦੇ ਆਗੂ ਕਹਿੰਦੇ ਹਨ, ਜਦੋਂ ਤੱਕ ਉਹ ਤੈਨੂੰ ਆਪ ਨਾ ਬੁਲਾਵੇ ਉਸ ਨਾਲ ਗੱਲ ਨਾ ਕਰਨਾ। ਕਾਰ ਵਿੱਚ ਬੈਠਣ ਤੋਂ ਪਹਿਲਾਂ ਮੈਂ ਜਾਣਬੁੱਝ ਕੇ ਕਰਦਾ ਹਾਂ। ਮੈਂ ਆਪਣੇ ਡਰਾਈਵਰ ਨੂੰ ਉਸ ਦੇ ਪਰਿਵਾਰ, ਚਰਚ ਅਤੇ ਉਹ ਕਦੋਂ ਇਸ ਦੇ ਨਾਲ ਜੁੜਿਆ ਹੋਇਆ ਪੁੱਛਣਾ ਸ਼ੁਰੂ ਕਰ ਦਿੰਦਾ ਹਾਂ, ਕਿਉਂਕਿ ਮੈਂ ਇਹਨਾਂ ਲੋਕਾਂ ਨੂੰ ਸਮਝਦਾ ਹਾਂ ਜੇਕਰ ਮੈਂ ਉਹਨਾਂ ਨਾਲ ਕੁਝ ਨਹੀਂ ਕਹਾਂਗਾ ਤਾਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਮੈਂ ਉੱਥੇ ਬੈਠ ਸਕਦਾ, ਮੈਂ ਆਪਣਾ ਕੰਪਿਊਟਰ ਖੋਲ ਕੇ ਈਮੇਲ ਕਰ ਸਕਦਾ ਹਾਂ ਤੇ ਹੋਰ ਵੀ ਜੋ ਚਾਹਾਂ ਕਰ ਸਕਦਾ ਜਦ ਤੱਕ ਹੋਟਲ ਵਿੱਚ ਨਾ ਪਹੁੰਚ ਜਾਵਾਂ, ਅਤੇ ਉਹ ਮੇਰੇ ਨਾਲ ਇੱਕ ਸ਼ਬਦ ਵੀ ਨਹੀਂ ਬੋਲਣਗੇ ਕਿਉਂਕਿ ਉਹਨਾਂ ਨੂੰ ਇਹੀ ਸਿਖਾਇਆ ਗਿਆ ਹੁੰਦਾ ਹੈ। ਮੈਂ ਸਿੱਖਿਆ ਹੈ ਕਿ ਪਵਿੱਤਰ ਆਤਮਾ ਕੁਝ ਅਜਿਹਾ ਹੀ ਹੈ। ਉਹ ਤੁਹਾਡੇ ਨਾਲ ਉਦੋਂ ਤੱਕ ਸਾਂਝੀ ਨਹੀਂ ਹੋਵੇਗਾ ਜਦੋਂ ਤੱਕ ਇਹ ਯੀਸ਼ੂ ਮਸੀਹ ਦਾ ਕੋਈ ਜ਼ਰੂਰੀ ਕੰਮ ਨਾ ਹੋਵੇ। ਇਹ ਤਿੰਨ ਪੁਰਖ ਹੇਠਾਂ ਤੇਰਾ ਇੰਤਜ਼ਾਰ ਕਰ ਰਹੇ ਹਨ। ਉਹਨਾਂ
ਕੋਲ ਹੇਠਾਂ ਜਾ ਜਾਂ ਅਗਾਹਾਂ ਚੱਲ ਇਸ ਰੱਥ ਨਾਲ ਮਿਲ ਜਾ। ਪਰ ਜੇਕਰ ਅਸੀਂ ਉਸ ਨਾਲ ਮਿੱਤਰਤਾ ਨਹੀਂ ਰੱਖਾਂਗੇ ਤਾਂ ਉਹ ਚੁੱਪਚਾਪ ਰਹੇਗਾ। ਉਹ ਉਡੀਕਦਾ ਹੈ ਕਿ ਤੁਸੀਂ ਉਸ ਨਾਲ ਸੰਗਤੀ ਕਰੋ। ਇਹੀ ਕਾਰਨ ਹੈ ਕਿ ਕੁਝ ਅਜਿਹੇ ਮਸੀਹ ਹਨ ਜਿਨ੍ਹਾਂ ਨਾਲ ਪਵਿੱਤਰ ਆਤਮਾ ਸ਼ਾਂਤ ਬਣਿਆ ਰਹਿੰਦਾ ਹੈ ਅਤੇ ਉਹ ਕਹਿੰਦੇ ਹਨ ਪਰਮੇਸ਼ਰ ਮੇਰੇ ਨਾਲ ਗੱਲਬਾਤ ਕਿਉਂ ਨਹੀਂ ਕਰਦਾ ਹੈ। ਕੀ ਤੁਸੀਂ ਉਸ ਨਾਲ ਗੱਲਬਾਤ ਕਰਦੇ ਹੋ? ਕੀ ਤੁਸੀਂ ਉਸ ਦੇ ਸੁਭਾਅ ਨੂੰ ਸਮਝਦੇ ਹੋ? ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ਰ ਦੇ ਤ੍ਰਿਏਕ ਪੁਰਖ ਨਾਲ ਗੱਲਬਾਤ ਕਰ ਰਹੇ ਹੋ? ਜੀ ਹਾਂ, ਉਹ ਇੱਕ ਹਨ, ਪਰ ਉਹਨਾਂ ਨੂੰ ਵੱਖਰਾ ਨਾ ਕਰੋ, ਉਹਨਾਂ ਨੂੰ ਗੜਬੜੀ ਵਿੱਚ ਨਾ ਪਾਓ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ? ਇਸ ਲਈ ਉਸ ਨਾਲ ਗੱਲਬਾਤ ਕਰੋ। ਜੇਕਰ ਤੁਸੀਂ ਉਸ ਨਾਲ ਗੱਲਬਾਤ ਕਰੋਗੇ ਤਾਂ ਤੁਸੀਂ ਉਸ ਦੁਆਰਾ ਦਿੱਤੇ ਗਏ ਪ੍ਰਤੀ ਉੱਤਰ ਤੋਂ ਦੰਗ ਰਹਿ ਜਾਓਗੇ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਪਰਮੇਸ਼ਰ ਮੇਰੇ ਨਾਲ ਗੱਲਬਾਤ ਨਹੀਂ ਕਰਦਾ ਹੈ। ਉਸ ਨੇ ਮੇਰੇ ਨਾਲ ਕਈ ਹਫ਼ਤਿਆਂ ਤੋਂ ਸਾਲਾਂ ਤੋਂ ਗੱਲ ਨਹੀਂ ਕੀਤੀ ਹੈ। ਕਿਉਂ? ਉਹ ਉਸ ਨਾਲ ਸੰਗਤੀ ਨਹੀਂ ਰੱਖਦੇ। ਉਹ ਲਗਭਗ ਉਸ ਡਰਾਈਵਰ ਦੇ ਵਾਂਗ ਹੈ ਜੋ ਕੁਝ ਵੀ ਨਹੀਂ ਕਹਿੰਦੇ ਹਨ ਪਰ ਉਹ ਮੇਰੇ ਵੱਲ ਵੇਖਦੇ ਹਨ। ਉਹ ਅਜਿਹਾ ਕਹਿਣ ਲਈ ਸਿਖਲਾਏ ਹੁੰਦੇ ਹਨ, ਠੀਕ ਹੈ ਬੰਦਗੀ 7 ਵਜੇ ਹੈ ਪਰ ਅਸੀਂ ਤੁਹਾਨੂੰ 6:25 ਤੇ ਲੈਣ ਆਵਾਂਗੇ। ਉਹ ਜਾਣਦੇ ਹਨ ਕਿ ਉਹਨਾਂ ਨੇ ਮੈਨੂੰ ਇਹ ਦੱਸਣਾ ਹੈ, ਲੇਕਿਨ ਜੇਕਰ ਮੈਂ ਗੱਲਬਾਤ ਵਿੱਚ ਅੱਗੇ ਨਹੀਂ ਵਧਾਂਗਾ ਤਾਂ ਅਸੀਂ ਗੱਲਬਾਤ ਨਹੀਂ ਕਰ ਪਾਵਾਂਗੇ। ਇਸ ਲਈ ਇੱਕ ਬੁਲਾਰਾ ਹੋਣ ਦੇ ਨਾਤੇ ਮੇਰੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਮੈਂ ਉਹਨਾਂ ਲੋਕਾਂ ਦੇ ਨਾਲ ਆਪਣੇ ਆਪ ਨੂੰ ਜੋੜਾਂ ਜੋ ਮੈਨੂੰ ਲੈਣ ਆਉਂਦੇ ਹਨ। ਲੀਜ਼ਾ ਵੀ ਇੰਜ ਹੀ ਕਰਦੀ ਹੈ। ਇਹ ਜਾਣਨਾ ਚਾਹੁੰਦੇ ਹੋ ਕਿਉਂ? ਕਿਉਂਕਿ ਮੈਂ ਇੱਧਰ ਉੱਧਰ ਜਾਂਦਾ ਹਾਂ। ਉਹ ਅੱਗੇ ਕਹੀ ਜਾਂਦੇ ਹਨ ਇਹ ਤੁਹਾਡੀ ਪਤਨੀ ਬਹੁਤ ਹੀ ਅਦਭੁਤ ਹੈ ਤੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਗੱਲਬਾਤ ਚੱਲਦੀ ਰਹਿੰਦੀ ਹੈ। ਉਹ ਸਾਡੇ ਨਾਲ ਗੱਲਬਾਤ ਕਰਦੀ ਹੈ, ਸਾਨੂੰ ਅਜਿਹਾ ਮਹਿਸੂਸ ਕਰਾਉਂਦੀ ਹੈ ਕਿ ਮੈਂ ਸੰਸਾਰ ਦਾ ਸਭ ਤੋਂ ਮਹੱਤਵਪੂਰਨ ਇਨਸਾਨ ਹਾਂ ਅਤੇ ਤੁਸੀਂ ਜਾਣਦੇ ਹੋ ਇਹ ਮੇਰੀ ਪਤਨੀ ਹੈ। ਉਹ ਬਿਲਕੁਲ ਘਰ ਵਾਲਾ ਮਾਹੌਲ ਮਹਿਸੂਸ ਕਰਵਾਉਂਦੀ ਹੈ। ਅੰਤਿਮ ਭੋਜ ਦੇ ਸਮੇਂ ਯਿਸੂ ਮਸੀਹ ਲਗਾਤਾਰ ਆਪਣੇ ਚੇਲਿਆਂ ਨੂੰ ਹਦਾਇਤ ਦੇ ਰਿਹਾ ਸੀ ਅਤੇ ਉਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਇਹ ਸੁਣਨਾ। ਹੁਣ ਇੱਥੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਉਸਨੇ ਕਿਹਾ ਆਹਾ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਹਨ ਪਰ ਅਜੇ ਤੁਸੀਂ ਉਹਨਾਂ ਗੱਲਾਂ ਨੂੰ ਸਹਾਰ ਨਹੀਂ ਸਕਦੇ। ਸੁਣੋ, ਉਹਨਾਂ 11 ਚੇਲਿਆਂ ਵੱਲ ਵੇਖ ਕੇ ਕਹਿ ਰਿਹਾ ਸੀ ਮੈਂ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ, ਹੁਣੇ ਤੁਸੀਂ ਉਹਨਾਂ ਨੂੰ ਫੜ ਨਹੀਂ ਸਕਦੇ ਹੋ। ਹੁਣ ਉਸਨੇ ਮੇਰਾ ਧਿਆਨ ਖਿੱਚ ਲਿਆ ਹੈ। ਉਸਨੇ ਮੇਰੀ ਸਰਵਦਰਸ਼ੀ ਅਨੁਭੂਤੀ ਨੂੰ ਉੱਥੇ ਹੀ ਖੜਾ ਕਰ ਦਿੱਤਾ ਹੈ। ਜਦ ਸੱਚਾਈ ਦਾ ਆਤਮਾ ਆਵੇ ਤਦ ਉਹ ਸਾਰੀ ਸੱਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ। ਇਸ ਲਈ ਦੂਸਰੇ ਸ਼ਬਦਾਂ ਵਿੱਚ ਕੁਝ ਗੱਲਾਂ ਹਨ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅਤੇ ਉਹ ਮੈਂ ਨਹੀਂ ਦੱਸ ਸਕਦਾ, ਪਰ ਜਦੋਂ ਸੱਚਾਈ ਦਾ ਆਤਮਾ ਆਵੇਗਾ ਤਾਂ ਉਹ ਤੁਹਾਨੂੰ ਦੱਸੇਗਾ। ਕੀ ਤੁਸੀਂ ਇਹ ਵੇਖਿਆ ਹੈ? ਉਹ ਆਪਣੇ ਹੀ ਵਿਚਾਰ ਪੇਸ਼ ਨਹੀਂ ਕਰੇਗਾ। ਉਹ ਤੁਹਾਨੂੰ ਉਹ ਗੱਲਾਂ ਦੱਸੇਗਾ ਜੋ ਉਸਨੇ ਸੁਣੀਆਂ ਹਨ। ਉਹ ਤੁਹਾਨੂੰ ਭਵਿੱਖ ਦੇ ਬਾਰੇ ਦੱਸੇਗਾ। ਉਹ ਮੇਰੀ ਵਡਿਆਈ ਕਰੇਗਾ ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ। ਸਭ ਕੁਝ ਜੋ ਪਿਤਾ ਦਾ ਹੈ ਸੋ ਮੇਰਾ ਹੈ। ਇਸੇ ਕਾਰਨ ਮੈਂ ਆਖਿਆ ਹੈ ਜੋ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ। ਯਾਦ ਰੱਖੋ ਯਿਸੂ ਨੇ ਕਿਹਾ ਕਿ ਚੰਗਾ ਹੈ, ਹਰ ਕੋਈ ਕਹੇ ਚੰਗਾ ਹੈ ਕਿ ਉਹ ਜਾਵੇ। ਹੁਣ ਤੁਸੀਂ ਲੋਕਾਂ ਲਈ ਇਹ ਸਭ ਤੋਂ ਉੱਤਮ ਗੱਲ ਹੈ ਕਿ ਮੈਂ ਜਾਵਾਂ, ਹੈ ਨਾ? ਹੁਣ ਅਸੀਂ ਇਹਨਾਂ ਸ਼ਬਦਾਂ ਵਿੱਚ ਨਿਯੰਤਰਣ ਆਉਣ ਵਾਲੇ ਲਾਭ ਬਾਰੇ ਵੇਖਦੇ ਹਾਂ ਅਤੇ ਜੋ ਮੈਂ ਹੁਣੇ ਹੀ ਤੁਹਾਡੇ ਲਈ ਪੜ੍ਹੇ ਹਨ। ਯਿਸੂ ਮਸੀਹ ਉਹਨਾਂ ਉੱਤੇ ਬਹੁਤ ਕੁਝ ਜ਼ਾਹਰ ਕਰਨਾ ਚਾਹੁੰਦਾ ਸੀ ਪਰ ਉਹ ਅਜਿਹਾ ਨਾ ਕਰ ਸਕਿਆ। ਪਰ ਫਿਰ ਉਹ ਕਹਿੰਦਾ ਹੈ ਪਰ ਜਦੋਂ ਸੱਚਾਈ ਦਾ ਆਤਮਾ ਆਵੇਗਾ। ਜੇਕਰ ਤੁਸੀਂ ਯਾਦ ਕਰੋ ਜਦੋਂ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਤੋਂ ਬਾਅਦ ਚੇਲਿਆਂ ਵਿੱਚੋਂ 10 ਚੇਲੇ ਇੱਕ ਕਮਰੇ ਵਿੱਚ ਸਨ ਜਦ ਕਿ ਦਰਵਾਜ਼ੇ ਬੰਦ ਸਨ ਅਤੇ ਅਚਾਨਕ ਉਹ ਪ੍ਰਗਟ ਹੋਇਆ ਅਤੇ ਹੁਣ ਵੇਖੋ ਕੋਈ ਆਤਮਾ ਨਹੀਂ ਹੈ। ਉਸਨੇ ਕਿਹਾ ਮੈਨੂੰ ਛੂਹੋ। ਆਤਮਾ ਦੇ ਮਾਸ ਤੇ ਹੱਡੀਆਂ ਨਹੀਂ ਹੁੰਦੇ ਜਿਵੇਂ ਕਿ ਮੇਰੇ ਵਿੱਚ ਹਨ, ਪਰ ਉਹ ਇੱਕ ਦੀਵਾਰ ਦੇ ਵਿੱਚੋਂ ਦੀ ਅੰਦਰ ਆਇਆ। ਹੁਣ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਅਤੇ ਥੋਮਾ ਉਸ ਥਾਂ ਤੇ ਨਹੀਂ ਸੀ। ਕੁਝ ਦਿਨਾਂ ਦੇ ਬਾਅਦ ਉਹ ਸਾਰੇ ਥੋਮਾ ਦੇ ਕੋਲ ਗਏ ਤੇ ਕਿਹਾ ਭਾਈ ਅਸੀਂ ਉਹਨੂੰ ਵੇਖਿਆ ਹੈ। ਥੋਮਾ ਚਲਾ ਗਿਆ, ਤੁਸੀਂ ਐਵੇਂ ਹੀ ਹੋ। ਜਦੋਂ ਉਸ ਨੂੰ ਸਲੀਬ ਤੇ ਚੜਾਇਆ ਗਿਆ ਸੀ ਤਾਂ ਤੁਸੀਂ ਕੀ ਪੀਣ ਵਾਸਤੇ ਚਲੇ ਗਏ ਸੀ? ਤੁਸੀਂ ਉਸ ਨੂੰ ਵੇਖਿਆ ਹੈ? ਮੈਂ ਵਿਸ਼ਵਾਸ ਨਹੀਂ ਕਰਾਂਗਾ ਜਦੋਂ ਤੱਕ ਮੈਂ ਆਪਣੀ ਉਂਗਲੀ ਉਹਦੇ ਹੱਥਾਂ ਵਿੱਚ ਤੇ ਆਪਣਾ ਹੱਥ ਉਹਦੀ ਪਸਲੀ ਵਿੱਚ ਨਾ ਪਾ ਲਵਾਂ, ਤਦ ਤੱਕ ਮੈਂ ਵਿਸ਼ਵਾਸ ਨਹੀਂ ਕਰਾਂਗਾ। ਤੇ ਵੇਖੋ ਫਿਰ ਯਿਸੂ ਨੇ ਕੀ ਕੀਤਾ। ਕੁਝ ਦਿਨਾਂ ਪਿੱਛੋਂ ਫਿਰ ਅਚਾਨਕ ਉਹ ਪ੍ਰਗਟ ਹੋ ਗਿਆ। ਇਸ ਵਾਰ ਥੋਮਾ ਉੱਤੇ ਸੀ ਤੇ ਉਸਨੇ ਕਿਹਾ ਠੀਕ ਹੈ ਥੋਮਾ, ਇੱਥੇ ਆ ਕੇ ਸਭ ਤੋਂ ਪਹਿਲਾਂ ਵੇਖ, ਮੇਰੀ ਵੱਖੀ ਵਿੱਚ ਆਪਣਾ ਹੱਥ ਪਾ, ਕਿੱਲਾਂ ਦੇ ਨਿਸ਼ਾਨਾਂ ਵਿੱਚ ਆਪਣੀਆਂ ਉਂਗਲੀਆਂ ਪਾ ਅਤੇ ਵੇਖ ਮੈਂ ਜਿੰਦਾ ਹਾਂ। ਤੇ ਥੋਮਾ ਇੱਕਦਮ ਘਬਰਾ ਗਿਆ ਤੇ ਅੱਗੇ ਗਿਆ, ਮੇਰੇ ਪ੍ਰਭੂ ਮੇਰੇ ਪਰਮੇਸ਼ਰ। ਠੀਕ ਹੈ। ਕਲਾਉਡ ਲਾਇਬ੍ਰੇਰੀ ਦੇ ਲਾਭ। ਕੀ ਤੁਸੀਂ ਜੌਨ ਤੇ ਲੀਜ਼ਾ ਦੀਆਂ ਪ੍ਰਭਾਵਸ਼ਾਲੀ ਸਿੱਖਿਆਵਾਂ ਪ੍ਰਾਪਤ ਕਰਨਾ ਚਾਹੁੰਦੇ ਹੋ? ਜੇ ਤੁਸੀਂ ਪੰਜਾਬੀ ਦੇ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹੋ ਤਾਂ cloudlibrary.org ਪਰ ਜਾਓ, ਆਪਣੀ ਭਾਸ਼ਾ ਚੁਣੋ। ਈ-ਬੁੱਕ, ਸੰਪੂਰਨ ਸਿੱਖਿਆ ਸਮੱਗਰੀ, ਵੀਡੀਓ, ਆਡੀਓ ਮਨੋਰੰਜਨ, ਸਭ ਤੋਂ ਨਵੀਂ ਸਮੱਗਰੀ ਪ੍ਰਾਪਤ ਕਰਨ ਦੀ ਜਾਣਕਾਰੀ ਲਈ ਪੰਜੀਕਰਨ ਕਰੋ cloudlibrary.org ਤੇ ਹੋਰ ਸਿੱਖੋ। ਹੁਣ ਸੁਣੋ ਯਿਸੂ ਨੇ ਕੀ ਕਿਹਾ। ਉਸਨੇ ਕਿਹਾ ਥੋਮਾ ਕਿਉਂਕਿ ਤੂੰ ਮੈਨੂੰ ਵੇਖਿਆ ਤਾਂ ਵਿਸ਼ਵਾਸ ਕੀਤਾ ਹੈ। ਧੰਨ ਉਹ ਹਨ ਜਿਨ੍ਹਾਂ ਨੇ ਮੈਨੂੰ ਨਹੀਂ ਵੇਖਿਆ ਤਾਂ ਵੀ ਪ੍ਰਤੀਤ ਕਰਦੇ ਹਨ। ਯਹੂਨਾ 20:29। ਹੁਣ ਮੈਂ ਅਕਸਰ ਕਹਿੰਦਾ ਹੁੰਦਾ ਸਾਂ ਯਿਸੂ ਮਸੀਹ ਇਹ ਕੋਈ ਸਖਤੀ ਜਿਹੀ ਹੈ। ਮੇਰਾ ਮਤਲਬ ਹੈ ਕਿ ਉਹ ਵਿਚਾਰਾ ਤਾਂ ਪਹਿਲਾਂ ਹੀ ਜ਼ਮੀਨ ਤੇ ਝੁੱਕ ਕੇ ਮਿੰਨਤਾਂ ਕਰ ਰਿਹਾ ਹੈ। ਉਹ ਕਹਿ ਰਿਹਾ ਪ੍ਰਭੂ ਮਿਹਰਬਾਨੀ ਨਾਲ ਮੇਰੇ ਅਵਿਸ਼ਵਾਸ ਨੂੰ ਮਾਫ ਕਰ ਦਿਓ, ਹੈ ਨਾ? ਅਤੇ ਫਿਰ ਯਿਸੂ ਨੇ ਉਸ ਦੀ ਵੱਲ ਵੇਖਿਆ ਤੇ ਉਸ ਦਾ ਕਥਨ ਕਹਿ ਕੇ ਅਤੇ ਮੈਨੂੰ ਇਹ ਥੋੜੀ ਸਖਤੀ ਜਿਹੀ ਲੱਗਦੀ ਹੈ। ਉਹ ਵਿਅਕਤੀ ਪਛਤਾ ਰਿਹਾ ਹੈ ਅਤੇ ਪ੍ਰਭੂ ਮੇਰੇ ਨਾਲ ਬੋਲਿਆ ਤੇ ਕਿਹਾ ਮੈਂ ਥੋਮਾ ਨੂੰ ਡਾਂਟ ਨਹੀਂ ਰਿਹਾ ਸਾਂ, ਮੈਂ ਸੱਚਾਈ
ਸਚਾਈ ਬਾਰੇ ਦੱਸ ਰਿਹਾ ਸਾਂ। ਉਸਨੇ ਕਿਹਾ ਮੈਂ ਕੀ ਕਹਿ ਰਿਹਾ ਸੀ ਕਿ ਇਹ ਹੈ ਕਿ ਮੈਨੂੰ ਨਾ ਵੇਖਣਾ ਧਨ ਹੈ, ਕਿਉਂਕਿ ਤੁਸੀਂ ਸਬੰਧ ਦੇ ਉਸ ਤੋਂ ਵੀ ਗਹਿਰੇ ਭਾਗ ਤੇ ਪਹੁੰਚ ਸਕਦੇ ਹੋ। ਹੁਣ ਮੈਂ ਸਮਝਾਵਾਂਗਾ ਇਸ ਥਾਂ ਤੇ ਕੀ ਹੋ ਰਿਹਾ ਹੈ। ਇੱਥੇ ਸਬੰਧਾਂ ਦੇ 3 ਭਾਗ ਹਨ, ਤੁਹਾਨੂੰ ਇਹ ਲਿਖ ਲੈਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾ, ਇਹ ਸਬੰਧ ਦਾ ਸਭ ਤੋਂ ਹੇਠਲਾ ਦਰਜਾ ਹੈ, ਇਹ ਹੈ ਸਰੀਰਕ ਸਬੰਧ। ਹਰ ਕੋਈ ਕਹੇ ਸਰੀਰਕ, ਠੀਕ ਹੈ। ਇਹ ਰਿਸ਼ਤੇ ਦਾ ਉਹ ਭਾਗ ਹੈ ਜਿਸ ਵਿੱਚ ਬਹੁਤ ਸਾਰੇ ਲੋਕ ਬਦਕਿਸਮਤੀ ਨਾਲ ਵਿਆਹ ਸੰਬੰਧ ਨੂੰ ਤੋੜ ਲੈਂਦੇ ਹਨ। ਉਸ ਲੜਕੀ ਦਾ ਸਰੀਰ ਬਹੁਤ ਸੋਹਣਾ ਹੈ, ਉਸ ਦਾ ਸਰੀਰ ਬੜਾ ਮਨਮੋਹਣਾ ਹੈ, ਉਹ ਲੋਕ ਹੋਰ ਸਭ ਚੀਜ਼ਾਂ ਨੂੰ ਭੁੱਲ ਜਾਂਦੇ ਹਨ ਅਤੇ ਅਸੀਂ ਨਾਲ ਨਹੀਂ ਹੋ ਸਕਦੇ ਹਾਂ। ਮੈਂ ਜਾਣਦਾ ਹਾਂ ਅਸੀਂ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰਦੇ ਹਾਂ, ਪਰ ਹੋ ਨਾ ਹੋ ਮੈਨੂੰ ਇਸ ਕੁੜੀ ਦੀ ਜ਼ਰੂਰਤ ਹੈ ਅਤੇ ਉਹ ਵਿਆਹ ਕਰ ਲੈਂਦੇ ਹਨ। ਇਸ ਲਈ ਉਹ ਸਰੀਰਕ ਪੱਧਰ ਦੇ ਆਧਾਰ ਤੇ ਵਿਆਹ ਕਰ ਲੈਂਦੇ ਆ, ਠੀਕ ਹੈ ਨਾ। ਬਦਕਿਸਮਤੀ ਨਾਲ ਆਤਮਿਕ ਪੱਧਰ ਉન્નਤ ਨਹੀਂ ਹੁੰਦਾ ਹੈ। ਫਿਰ ਵਿਆਹ ਦਾ ਕੀ ਬਣਦਾ ਹੈ? ਜਦੋਂ ਹਨੀਮੂਨ ਸਮਾਪਤ ਹੋ ਜਾਂਦਾ ਹੈ, ਉਹ ਆਪਣੀਆਂ ਸਹੇਲੀਆਂ ਦੇ ਨਾਲ ਆਪਣੀ ਦਿਲਚਸਪੀ ਵਿੱਚ ਲੱਗ ਜਾਂਦੀ ਹੈ, ਉਹ ਆਪਣੀਆਂ ਖੇਡਾਂ ਦੇ ਵਿੱਚ ਆਪਣੀ ਦਿਲਚਸਪੀ ਵਿਖਾਉਂਦਾ ਹੈ ਤੇ ਉਹਨਾਂ ਦੋਨਾਂ ਦਾ ਆਪਸੀ ਸੰਬੰਧ ਟੁੱਟ ਜਾਂਦਾ ਹੈ। ਕਿਉਂ? ਕਿਉਂਕਿ ਉਹਨਾਂ ਦਾ ਵਿਆਹ ਸਰੀਰਕ ਆਧਾਰ ਤੇ ਹੋਇਆ ਸੀ। ਦੂਸਰਾ ਉੱਚਾ ਪੱਧਰ, ਜਿਸ ਦੇ ਵਿਸ਼ੇ ਵਿੱਚ ਮੈਂ ਪਹਿਲਾਂ ਹਵਾਲਾ ਦੇ ਚੁੱਕਿਆ ਹਾਂ, ਉਹ ਆਤਮਿਕ ਜਾਂ ਵਿਅਕਤੀ ਦਾ ਵਿਅਕਤੀਤਵ ਹੈ। ਇਹ ਉਹ ਪੱਧਰ ਹੈ ਜਿਸ ਤੇ ਦਾਊਦ ਤੇ ਜੋਨਾਥਨ ਪਹੁੰਚ ਚੁੱਕੇ ਸਨ। ਜੋਨਾਥਨ ਦਾ ਮਨ ਦਾਊਦ ਦੇ ਨਾਲ ਮਿਲਿਆ ਹੋਇਆ ਸੀ। ਇਹ ਉਹ ਟਿੱਪਣੀ ਹੈ ਜੋ ਸੈਮੂਅਲ ਦੀ ਪੁਸਤਕ ਵਿੱਚ ਲੇਖਕ ਨੇ ਲਿਖਿਆ ਹੈ। ਦਾਊਦ ਨੇ ਟਿੱਪਣੀ ਕੀਤੀ, ਹੇ ਮੇਰੇ ਭਰਾ ਜੋਨਾਥਨ, ਮੈਂ ਤੇਰੇ ਕਾਰਨ ਵੱਡਾ ਦੁਖੀ ਹਾਂ, ਤੂੰ ਮੈਨੂੰ ਅਤ ਪਿਆਰਾ ਸੈਂ, ਮੇਰੀ ਵੱਲ ਤੇਰੀ ਅਚਰਜ ਪ੍ਰੀਤ ਸੀ, ਤੀਵੀਆਂ ਦੀ ਪ੍ਰੀਤ ਨਾਲੋਂ ਵੀ ਵਧੇਕ। ਤੀਵੀਆਂ ਦੀ ਪ੍ਰੀਤ ਨਾਲੋਂ ਵਧੇਕ? ਪਹਿਲਾ ਸੈਮੂਅਲ 1:26। ਉਹ ਜੋਨਾਥਨ ਨਾਲ ਪੁੱਠੇ ਸੰਬੰਧ ਬਾਰੇ ਗੱਲ ਨਹੀਂ ਸੀ ਕਰ ਰਿਹਾ। ਉਹ ਇਹ ਕਹਿ ਰਿਹਾ ਸੀ ਕਿ ਉਹਨਾਂ ਦੀਆਂ ਆਤਮਾਵਾਂ ਬੜੀ ਗੂੜ ਰੀਤੀ ਨਾਲ ਜੁੜੀਆਂ ਹੋਈਆਂ ਸਨ। ਉਹਨਾਂ ਦੀਆਂ ਆਤਮਾਵਾਂ ਇਸ ਤਰ੍ਹਾਂ ਜੁੜੀਆਂ ਹੋਈਆਂ ਸਨ ਕਿ ਉਹਨਾਂ ਦਾ ਆਤਮਿਕ ਸੰਬੰਧ ਆਪਸ ਵਿੱਚ ਆਪਣੀਆਂ ਪਤਨੀਆਂ ਮੀਕਾਇਲ ਤੇ ਅਬੀਗੇਲ ਦੇ ਪ੍ਰੇਮ ਤੋਂ ਵੱਧ ਕੇ ਸੀ। ਅਸਲ ਵਿੱਚ ਉਸ ਸਮੇਂ ਸਿਰ ਮੀਕਲ ਹੀ ਸੀ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ? ਕਿਉਂਕਿ ਉਸ ਸਮੇਂ ਉਸ ਦੀ ਇੱਕੋ ਇੱਕ ਪਤਨੀ ਮੀਕਲ ਹੀ ਸੀ। ਹੁਣ ਮੈਂ ਕਹਿਣਾ ਚਾਹੁੰਦਾ ਹਾਂ, ਇਹ ਉਹ ਪੱਧਰ ਹੈ ਜਿੱਥੇ ਆਸ ਨਾਲ ਵਿਆਹ ਜੋੜੇ ਜਾਂਦੇ ਹਨ। ਮੈਨੂੰ ਗਲਤ ਨਾ ਸਮਝੋ, ਸਰੀਰਕ ਵੀ ਮਹੱਤਵਪੂਰਨ ਹੈ। ਜੋਸ਼ ਮੈਕੇਵਲ ਆਮ ਤੌਰ ਤੇ ਕਹਿੰਦੇ ਹਨ, ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਸਰੀਰਕ ਪੱਖ ਇੱਕ ਵਿਆਹ ਵਿੱਚ ਇੱਕ 12ਵਾਂ ਪੱਖ ਹੈ। ਪਰ ਬੇਟਾ, ਇਹ 12ਵਾਂ ਕੀ ਹੈ? ਮੇਰੀ ਪਤਨੀ ਸੱਚਮੁੱਚ ਮੇਰੇ ਲਈ ਸਰੀਰਕ ਤੌਰ ਤੇ ਆਕਰਸ਼ਕ ਹੈ ਅਤੇ ਇੱਕ ਵੱਡਾ ਇੱਕ 12ਵਾਂ ਹੈ। ਪਰ ਜੋਸ਼ ਜੋ ਕਹਿੰਦਾ ਹੈ 11ਵਾਂ 12ਵਾਂ ਉਸ ਦਾ ਦੂਜਾ ਪੱਖ ਸੀ। ਇਹ ਸਰੀਰਕ ਨਹੀਂ ਹੈ, ਇਹ ਆਤਮਾ ਹੈ, ਇਹ ਵਿਅਕਤੀਤਵ ਦਾ ਭਾਗ ਹੈ ਜੋ ਮੈਂ ਉਸ ਤੋਂ ਬਾਅਦ ਲਵਾਂਗਾ। ਮੈਨੂੰ ਤੁਹਾਨੂੰ ਕੋਈ ਦੱਸ ਲੈਣ ਦਿਓ। ਬਦਕਿਸਮਤੀ ਨਾਲ ਅਸੀਂ ਇੱਕ ਅਜਿਹੀ ਪਰਿਸਥਿਤੀ ਦੇ ਵਿਸ਼ੇ ਵਿੱਚ ਸੁਣਿਆ ਹੈ ਜਿਸ ਵਿੱਚ ਵਿਆਹੁਤਾ ਜੋੜੇ ਇੱਕ ਦੂਸਰੇ ਦੇ ਲਈ ਇੱਕ ਦੂਜੇ ਨੂੰ ਛੱਡ ਦਿੰਦੇ ਹਨ, ਜਿਸ ਨੂੰ ਉਹ ਇੰਟਰਨੈਟ ਤੇ ਮਿਲੇ ਹੁੰਦੇ ਹਨ। ਕੀ ਤੁਸੀਂ ਜਾਣਨਾ ਚਾਹੁੰਦੇ ਅਜਿਹਾ ਕਿਉਂ ਹੁੰਦਾ ਹੈ? ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ। ਇੱਕ ਰਾਤ ਮੈਂ ਪ੍ਰਚਾਰ ਕਰ ਰਿਹਾ ਸੀ ਤੇ ਮੈਂ ਆਪਣੇ ਰਾਹ ਤੇ ਵਾਪਸ ਜਾ ਰਿਹਾ ਸੀ। ਉੱਥੇ ਇੱਕ ਵਿਅਕਤੀ ਸੀ, ਉਸ ਦੇ ਕੋਲ 6 ਬੱਚੇ ਸਨ। 2 ਉਸ ਦੀਆਂ ਬਾਹਾਂ ਵਿੱਚ, 2 ਉਸ ਦੀਆਂ ਲੱਤਾਂ ਨਾਲ ਚਿੰਬੜੇ ਸਨ ਤੇ 2 ਬੱਚੇ ਇੱਧਰ ਉੱਧਰ ਭੱਜ ਰਹੇ ਸਨ। ਉਸ ਵਿਅਕਤੀ ਦੇ ਮੂੰਹ ਤੇ ਬਹੁਤ ਵੱਡੀ ਉਦਾਸੀ ਸੀ। ਮੈਂ ਕਿਹਾ, ਭਾਈ ਸਾਹਿਬ, ਕੀ ਤੁਸੀਂ ਠੀਕ ਹੋ? ਉਸਨੇ ਕਿਹਾ, ਨਹੀਂ। ਮੈਂ ਅੱਗੇ ਕਿਹਾ, ਕੀ ਮੁਸ਼ਕਲ ਹੈ? ਉਸਨੇ ਕਿਹਾ, ਅੱਜ ਮੇਰੀ ਪਤਨੀ ਮੈਨੂੰ ਅਤੇ ਮੇਰੇ 6 ਬੱਚਿਆਂ ਨੂੰ ਛੱਡ ਕੇ ਇੱਕ ਬੰਦੇ ਨਾਲ ਚਲੀ ਗਈ ਹੈ ਜੋ ਉਸ ਨੂੰ ਇੰਟਰਨੈਟ ਤੇ ਮਿਲਿਆ ਸੀ। ਉਸਨੇ ਇੰਟਰਨੈਟ ਤੇ ਇਸ ਵਿਅਕਤੀ ਨਾਲ ਆਪਣਾ ਆਤਮਾ ਦਾ ਸੰਬੰਧ ਸਥਾਪਿਤ ਕਰ ਲਿਆ। ਇਹ ਆਤਮਾ ਦਾ ਸੰਬੰਧ ਜੋ ਉਸਦੇ ਪਤੀ ਅਤੇ ਉਸਦੇ ਬੱਚਿਆਂ ਨਾਲ ਸੀ, ਕਿਵੇਂ ਪਿੱਛੇ ਛੱਡ ਗਿਆ ਸੀ। ਇਸੇ ਲਈ ਕਈ ਵਾਰ ਦੂਰ ਦਰਾਜ ਦੇ ਰਿਸ਼ਤੇ, ਜੇਕਰ ਉਹ ਦੂਰ ਤੋਂ ਸ਼ੁਰੂ ਹੋਏ ਹੋਣ, ਤਾਂ ਵੀ ਉਹ ਸਭ ਤੋਂ ਵਧੀਆ ਵਿਆਹਾਂ ਦੇ ਰੂਪ ਵਿੱਚ ਸਾਬਤ ਹੁੰਦੇ ਹਨ, ਕਿਉਂਕਿ ਇਸ ਵਿੱਚ ਤੁਸੀਂ ਇਸ ਬਾਰੇ ਨਹੀਂ ਸੋਚਦੇ। ਉਸ ਦੇ ਡੌਲੇ ਵੇਖੋ ਜਾਂ ਉਸ ਦੀ ਪਤਲੀ ਕਮਰ ਨੂੰ ਵੇਖੋ। ਇਹੋ ਜਿਹੇ ਰਿਸ਼ਤੇ ਵਿੱਚ ਆਤਮਿਕ ਡੂੰਘੇਪਨ ਤੱਕ ਜਾਣ ਤੋਂ ਰੋਕਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਇਸ ਲਈ ਆਤਮਿਕ ਜਾਂ ਵਿਅਕਤੀਤਵ ਦਾ ਪੱਧਰ ਹੈ। ਰਿਸ਼ਤੇ ਦਾ ਸਭ ਤੋਂ ਉੱਚਾ ਪੱਧਰ ਆਤਮਿਕ ਪੱਧਰ ਹੈ। ਹੁਣ ਹੋ ਸਕਦਾ ਹੈ ਕਿ ਇਹੀ ਉਹ ਪੱਧਰ ਹੋਵੇ ਜਿਸ ਦੇ ਵਿਸ਼ੇ ਵਿੱਚ ਯੀਸ਼ੂ ਮਸੀਹ ਥੋਮਾ ਨੂੰ ਬੋਲ ਰਹੇ ਸਨ। ਪਹਿਲਾ ਕਰੰਥੀਆਂ 2:11 ਆਇਤ ਇਹ ਕਹਿੰਦੀ ਹੈ, ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹਦੇ ਅੰਦਰ ਹੈ, ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਨੂੰ ਕੌਣ ਜਾਣਦਾ ਹੈ? ਦੂਜੇ ਸ਼ਬਦਾਂ ਵਿੱਚ, ਤੁਸੀਂ ਕਿਸੇ ਵਿਅਕਤੀ ਦੇ ਵਿਚਾਰਾਂ, ਇਰਾਦਿਆਂ, ਉਦੇਸ਼ਾਂ ਤੇ ਉਸਦੇ ਆਤਮਾ ਤੋਂ ਬਿਨਾਂ ਜੋ ਉਸਦੇ ਅੰਦਰ ਹੈ, ਕੋਈ ਨਹੀਂ ਜਾਣ ਸਕਦਾ ਹੈ, ਠੀਕ ਹੈ? ਜੋ ਮੇਰੇ ਸਭ ਤੋਂ ਗਹਿਰੇ ਰਿਸ਼ਤੇ ਹਨ, ਉਹ ਆਤਮਿਕ ਰਿਸ਼ਤੇ ਹਨ। ਸ਼ੁਰੂ ਵਿੱਚ ਮੈਂ ਇਸ ਗੱਲ ਨੂੰ ਨਹੀਂ ਸਮਝਦਾ ਸਾਂ। ਕੁਝ ਅਜਿਹੇ ਲੋਕ ਸਨ ਜੋ ਮੇਰੇ ਲਈ ਲੀਜ਼ਾ ਤੋਂ ਵੀ ਜ਼ਿਆਦਾ ਨਜ਼ਦੀਕੀ ਸੰਬੰਧ ਰੱਖਦੇ ਸਨ। ਮੈਨੂੰ ਯਾਦ ਹੈ ਜਦੋਂ ਸਾਡਾ ਨਵਾਂ ਵਿਆਹ ਹੋਇਆ ਸੀ ਤਾਂ ਇੱਕ ਵਿਅਕਤੀ ਸੀ ਤੇ ਮੈਂ ਉਸ ਵਿਅਕਤੀ ਨਾਲ ਪ੍ਰਾਰਥਨਾ ਕਰਦਾ ਹੁੰਦਾ ਸੀ। ਅਸੀਂ ਨਿਰੰਤਰ ਵਿਚਨ ਵਿੱਚੋਂ ਗੱਲਾਂ ਕਰਦੇ ਸਾਂ ਤੇ ਕਈ ਵਾਰ ਅਜਿਹੇ ਮੌਕੇ ਹੁੰਦੇ ਸਨ ਕਿ ਜਦੋਂ ਮੈਂ ਆਪਣੀ ਪਤਨੀ ਤੋਂ ਵੀ ਵੱਧ ਉਸ ਦੀ ਗੱਲਾਂ ਸੁਣਦਾ ਸਾਂ, ਜੋ ਕਿ ਬੇਵਕੂਫੀ ਤੇ ਸੱਚਮੁੱਚ ਬੇਵਕੂਫੀ ਸੀ, ਹੈ ਨਾ? ਜਦੋਂ ਪ੍ਰਭੂ ਨੇ ਮੇਰੇ ਤੇ ਇਸ ਭੇਦ ਨੂੰ ਖੋਲਿਆ ਕਿ ਇਹ ਕਿਵੇਂ ਗਲਤ ਹੈ ਤੇ ਮੈਂ ਇਸ ਤੋਂ ਬਾਹਰ ਨਿਕਲਿਆ, ਮੈਨੂੰ ਸਮਝ ਆ ਗਿਆ ਕਿ ਮੈਨੂੰ ਆਪਣੀ ਪਤਨੀ ਦੇ ਹੋਰ ਵੀ ਨਜ਼ਦੀਕ ਹੋਣਾ ਚਾਹੀਦਾ ਹੈ। ਲੀਜ਼ਾ ਤੇ ਮੈਂ ਪਿਛਲੇ ਹਫ਼ਤੇ ਆਪਣਾ 30ਵੀਂ ਸਾਲਗਿਰਾ ਮਨਾ ਰਹੇ ਸਾਂ ਅਤੇ ਤੁਸੀਂ ਜਾਣਦੇ ਹੋ ਕਿ ਲੀਜ਼ਾ ਨਾਲ ਮੇਰੇ ਕੁਝ ਮਨਪਸੰਦ ਸਮੇਂ ਹਨ ਜਿਨ੍ਹਾਂ ਨੂੰ ਬਾਰੇ ਮੈਂ ਯਾਦ ਕਰਦਾ ਹਾਂ। ਅਸੀਂ ਤਲਾਬ ਦੇ ਕੰਢੇ ਤੇ ਬੈਠ ਕੇ ਪਰਮੇਸ਼ਰ ਦੇ ਵਚਨ ਬਾਰੇ ਗੱਲਾਂ ਕਰਦੇ ਸਾਂ। ਅਸੀਂ ਇਸ ਪਾਠਕ੍ਰਮ ਦੇ ਬਾਰੇ ਗੱਲਾਂ ਕਰਦੇ ਸਾਂ। ਮੈਂ ਉਸ ਦੇ ਨਾਲ ਉਹਨਾਂ ਗੱਲਾਂ ਨੂੰ ਸਾਂਝਾ ਕਰ ਰਿਹਾ ਸੀ ਜੋ ਪਰਮੇਸ਼ਰ ਮੇਰੇ ਦਿਲ ਵਿੱਚ ਪਾ ਰਿਹਾ ਸੀ, ਜੋ ਪਰਮੇਸ਼ਰ ਨੇ ਮੇਰੇ ਦਿਲ ਦੇ ਅੰਦਰ ਪਾਈਆਂ ਸਨ, ਅਤੇ ਉਹ ਮੇਰੇ ਨਾਲ ਗੱਲਾਂ ਸਾਂਝੀਆਂ ਕਰ ਰਹੀ ਸੀ ਅਤੇ ਮੈਂ ਬਹੁਤ ਹੀ ਸਿੱਖਿਆ ਪ੍ਰਾਪਤ ਕਰ ਰਿਹਾ ਸੀ। ਜਦੋਂ ਅਸੀਂ ਇਕੱਠੇ ਮਿਲ ਕੇ ਪ੍ਰਾਰਥਨਾ ਕੀਤੀ, ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਕਰਮਚਾਰੀ ਹਰ ਸਵੇਰ ਨੂੰ ਇਕੱਠੇ ਮਿਲ ਕੇ ਪ੍ਰਾਰਥਨਾ ਕਰਦੇ ਹਨ। ਕਿਉਂ? ਇਸ ਦਾ ਇੱਕ ਕਾਰਨ ਹੈ। ਜੋ ਇਹ ਆਗੂ ਇਸ ਤਰ੍ਹਾਂ ਕਰਦਾ ਹੈ, ਮੈਂ ਚਾਹੁੰਦਾ ਹਾਂ ਕਿ ਮੇਰੇ ਕਰਮਚਾਰੀ ਆਪਸ ਵਿੱਚ ਆਤਮਿਕ ਤੌਰ ਤੇ ਮਿਲੇ ਰਹਿਣ। ਕੀ ਤੁਸੀਂ ਮੇਰੀ ਗੱਲ ਸਮਝ ਰਹੇ ਹੋ? ਜਦੋਂ ਤੁਸੀਂ ਲੋਕਾਂ ਨਾਲ ਪਰਮੇਸ਼ਰ ਦੇ ਵਚਨ ਦੇ ਦੁਆਰਾ ਸੰਗਤੀ ਕਰਨ ਅਤੇ ਇਕੱਠੇ ਮਿਲ ਕੇ ਪ੍ਰਾਰਥਨਾ ਕਰਨ ਦੇ ਦੁਆਰਾ ਲੋਕਾਂ ਨਾਲ ਆਤਮਿਕ ਪੱਧਰ ਦਾ ਸੰਬੰਧ ਰੱਖਦੇ ਹੋ, ਤੁਸੀਂ ਉਹਨਾਂ ਦੇ ਨਾਲ ਚੱਲਦੇ ਹੋ। ਅਜਿਹਾ ਕਿਉਂ ਹੁੰਦਾ ਹੈ? ਜਦੋਂ ਤੱਕ ਤੁਸੀਂ ਕਿਸੇ ਵਿਅਕਤੀ ਦੀ ਆਤਮਾ ਨੂੰ ਨਹੀਂ ਜਾਣਦੇ
ਜਾਣਦੇ, ਤੁਸੀਂ ਉਸ ਵਿਅਕਤੀ ਨੂੰ ਵੀ ਨਹੀਂ ਜਾਣ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਸਭ ਤੋਂ ਦਿਲਚਸਪ ਕੀ ਹੈ? ਲੋਕ ਮੇਰੇ ਕੋਲ ਆਉਣਗੇ ਤੇ ਉਹ ਮੇਰੇ ਨਾਲ ਪਵਿੱਤਰ ਬਾਈਬਲ ਤੋਂ ਬਾਹਰ ਦੀਆਂ ਗੱਲਾਂ ਕਰਨ ਲੱਗਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਉਹ ਆਪਣੇ ਦਿਮਾਗ ਤੋਂ ਬੋਲ ਰਹੇ ਹਨ। ਤੁਸੀਂ ਜਾਣਨਾ ਚਾਹੁੰਦੇ ਹੋ ਅਜਿਹਾ ਕਿਉਂ ਹੈ? ਕਿਉਂਕਿ ਬਹੁਤ ਹੀ ਉਕਤਾ ਦੇਣ ਵਾਲਾ ਹੁੰਦਾ ਹੈ। ਮੇਰਾ ਮਨ ਬਹੁਤ ਹੀ ਥੱਕ ਜਾਂਦਾ ਹੈ, ਪਰ ਫਿਰ ਲੋਕ ਮੇਰੇ ਕੋਲ ਆਉਂਦੇ ਤੇ ਆਪਣੇ ਆਤਮਾ ਦੇ ਰਾਹੀਂ ਬੋਲਦੇ ਹਨ। ਤਦ ਮੈਂ ਉਹਨਾਂ ਲੋਕਾਂ ਨਾਲ ਘੰਟਿਆਂ ਤੱਕ ਗੱਲਾਂ ਕਰ ਸਕਦਾ ਹਾਂ। ਮੈਂ ਲੀਜ਼ਾ ਨਾਲ ਵਚਨ ਦੇ ਵਿਸ਼ੇ ਵਿੱਚ ਕਈ ਘੰਟਿਆਂ ਤੱਕ ਗੱਲਬਾਤ ਕਰ ਸਕਦਾ ਤੇ ਨਹੀਂ ਥਕਾਂਗਾ। ਮੈਂ ਜਾਣਨਾ ਚਾਹੁੰਦਾ ਹਾਂ ਕਿ ਅਜਿਹਾ ਕਿਉਂ ਹੈ? ਕਿਉਂਕਿ ਇਹ ਗੱਲਬਾਤ ਉਸ ਦੇ ਆਤਮਾ ਤੋਂ ਹੁੰਦੀ ਹੈ। ਪਹਿਲਾ ਕਰੰਥੀਆਂ 2:11 ਆਇਤ ਕਹਿੰਦੀ ਹੈ, ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਸ ਦੇ ਅੰਦਰ ਹੈ, ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਨੂੰ ਕੌਣ ਜਾਣ ਸਕਦਾ ਹੈ? ਇਸੇ ਤਰ੍ਹਾਂ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਕੋਈ ਨਹੀਂ ਜਾਣਦਾ ਹੈ। ਇਸ ਲਈ ਬਿਲਕੁਲ ਜਿਵੇਂ ਇੱਕ ਮਨੁੱਖ ਦੇ ਆਤਮਾ ਨੂੰ ਜਾਣਨਾ ਹੁੰਦਾ ਹੈ, ਜਿਸ ਦੇ ਬਾਰੇ ਮੈਂ ਹੁਣੇ ਕਹਿ ਰਿਹਾ ਸੀ, ਪਰ ਤੁਸੀਂ ਵੀ ਅਜਿਹਾ ਕਿਵੇਂ ਸੋਚ ਸਕਦੇ ਹੋ ਕਿ ਤੁਸੀਂ ਪਰਮੇਸ਼ਰ ਦੇ ਆਤਮਾ ਨੂੰ ਜਾਣਨ ਤੋਂ ਬਿਨਾਂ ਪਰਮੇਸ਼ਰ ਨੂੰ ਜਾਣ ਸਕਦੇ ਹੋ? ਕਿਉਂਕਿ ਪਰਮੇਸ਼ਰ ਦੇ ਆਤਮਾ ਤੋਂ ਬਗੈਰ ਪਰਮੇਸ਼ਰ ਦੇ ਵਿਚਾਰਾਂ ਨੂੰ ਕੋਈ ਨਹੀਂ ਜਾਣਦਾ ਹੈ। ਪਰ ਸਾਨੂੰ ਜਗਤ ਦਾ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ਰ ਤੋਂ ਹੈ, ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ਰ ਨੇ ਸਾਨੂੰ ਬਖਸ਼ੇ ਹਨ। ਤੁਸੀਂ ਵੇਖਦੇ ਹੋ ਕਿ ਪੌਲਸ ਇਸ ਪੱਧਰ ਤੱਕ ਪਹੁੰਚ ਗਿਆ ਸੀ। ਪੌਲਸ ਇਹ ਗੱਲ ਆਖਦਾ ਹੈ, ਉਹ ਕਹਿੰਦਾ ਹੈ, ਪਰ ਹੇ ਭਰਾਵੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ ਸ਼ੁਭ ਸਮਾਚਾਰ ਜੋ ਮੇਰੇ ਦੁਆਰਾ ਪ੍ਰਚਾਰ ਕੀਤਾ ਗਿਆ ਉਹ ਮਨੁੱਖਾਂ ਦੇ ਅਨੁਸਾਰ ਨਹੀਂ ਹੈ, ਕਿਉਂਕਿ ਨਾ ਤਾਂ ਮੈਂ ਉਸ ਨੂੰ ਮਨੁੱਖਾਂ ਤੋਂ ਪ੍ਰਾਪਤ ਕੀਤਾ, ਨਾ ਹੀ ਮਨੁੱਖਾਂ ਦੇ ਅਨੁਸਾਰ ਸਿਖਾਇਆ ਸੀ, ਪਰ ਮੈਂ ਇਸ ਨੂੰ ਪ੍ਰਕਾਸ਼ਨ ਦੇ ਦੁਆਰਾ ਪ੍ਰਾਪਤ ਕੀਤਾ ਹੈ। ਉਸ ਨੇ ਇਸ ਸ਼ੁਭ ਸਮਾਚਾਰ ਨੂੰ ਪਰਮੇਸ਼ਰ ਦੀ ਆਤਮਾ ਤੋਂ ਪ੍ਰਾਪਤ ਕੀਤਾ ਸੀ। ਇਸ ਪ੍ਰਕਾਰ ਪੌਲਸ ਯੀਸ਼ੂ ਮਸੀਹ ਨਾਲ ਆਪਣੇ ਰਿਸ਼ਤੇ ਦੀ ਇਸ ਗਹਿਰਾਈ ਤੱਕ ਗਿਆ ਅਤੇ ਇੰਨਾ ਗਹਿਰਾ ਰਿਸ਼ਤਾ ਸੀ ਕਿ ਅੰਤ ਵਿੱਚ ਪਤਰਸ ਉਸ ਦੇ ਜੀਵਨ ਦੇ ਅੰਤਮ ਸਮੇਂ ਦੇ ਵਿਸ਼ੇ ਵਿੱਚ ਇੱਕ ਪੱਤਰ ਲਿਖਦਾ ਹੋਇਆ ਕਹਿੰਦਾ ਹੈ, ਇਹ ਭਾਈ ਪੌਲਸ ਉਹ ਯੀਸ਼ੂ ਨੂੰ ਇੰਨੀ ਚੰਗੀ ਤਰ੍ਹਾਂ ਨਾਲ ਗਹਿਰਾਈ ਨਾਲ ਜਾਣਦਾ ਹੈ ਕਿ ਉਸ ਦੀਆਂ ਲਿਖਤਾਂ ਵਿੱਚੋਂ ਕੁਝ ਨੂੰ ਮੈਂ ਸਮਝਦਾ ਹੀ ਨਹੀਂ ਹਾਂ, ਪਰ ਤੁਹਾਡੇ ਲਈ ਇਸ ਨੂੰ ਪੜ੍ਹਨ ਲੱਗਾ ਹਾਂ। ਦੂਸਰਾ ਪਤਰਸ 3:15-16। ਜਿਵੇਂ ਸਾਡੇ ਪਿਆਰੇ ਭਾਈ ਪੌਲਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਹਨੂੰ ਦਾਨ ਹੋਇਆ ਤੁਹਾਨੂੰ ਲਿਖਿਆ ਸੀ, ਜਿਵੇਂ ਉਹਨਾਂ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਉਹਨਾਂ ਦੇ ਵਿਖੇ ਲਿਖਿਆ ਹੈ, ਅਤੇ ਉਹਨਾਂ ਵਿੱਚੋਂ ਕਈ ਗੱਲਾਂ ਦਾ ਸਮਝਣਾ ਔਖਾ ਹੈ। ਉਸ ਦੀਆਂ ਗੱਲਾਂ ਵਿੱਚੋਂ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ। ਇੱਥੇ ਕੀ ਹੋ ਰਿਹਾ ਹੈ? ਸ਼ਾਇਦ ਪਤਰਸ ਪਿਛਲੀਆਂ ਗੱਲਾਂ ਨੂੰ ਯਾਦ ਕਰ ਰਿਹਾ ਹੈ ਜਦੋਂ ਉਹ ਗਲੀਲ ਦੀ ਝੀਲ ਦੇ ਕੰਢੇ ਯੀਸ਼ੂ ਨਾਲ ਚੱਲਿਆ ਸੀ। ਉਸ ਸਮੇਂ ਵੱਲ ਜਦੋਂ ਉਹ ਸਰੀਰਕ ਤੌਰ ਤੇ ਮਸੀਹ ਯੀਸ਼ੂ ਦੇ ਨਾਲ ਸੀ, ਜਦੋਂ ਯੀਸ਼ੂ ਮਸੀਹ ਨੇ 5000 ਲੋਕਾਂ ਨੂੰ ਭੋਜਨ ਕਰਵਾਇਆ ਸੀ। ਉਹ ਬਾਰ-ਬਾਰ ਪਿਛਲੀਆਂ ਗੱਲਾਂ ਨੂੰ ਯਾਦ ਕਰ ਰਿਹਾ ਹੈ ਅਤੇ ਇਹੀ ਚੀਜ਼ ਉਸ ਲਈ ਗਹਿਰਾਈ ਵਿੱਚ ਜਾਣ ਤੋਂ ਰੁਕਾਵਟ ਬਣਦੀ ਸੀ। ਧਿਆਨ ਦਿਓ, ਯੀਸ਼ੂ ਨੇ ਕਿਹਾ, ਤੁਸੀਂ ਜ਼ਿਆਦਾ ਧਨ ਹੋ ਜੇਕਰ ਤੁਸੀਂ ਨਹੀਂ ਵੇਖਿਆ ਹੈ। ਦੂਜੇ ਸ਼ਬਦਾਂ ਵਿੱਚ, ਤੁਸੀਂ ਮੇਰੇ ਨਾਲ ਗਹਿਰਾਈ ਵਿੱਚ ਜਾ ਸਕਦੇ ਹੋ ਜੇਕਰ ਅਸੀਂ ਆਤਮਿਕ ਪੱਧਰ ਤੇ ਸੰਬੰਧ ਬਣਾ ਲਈਏ, ਬਜਾਏ ਮੈਨੂੰ ਸਰੀਰਕ ਰੂਪ ਵਿੱਚ ਵੇਖਣ ਦੇ। ਇਸ ਲਈ ਪਰਮੇਸ਼ਰ ਨੇ ਆਪਣੀ ਦਿਆਲਤਾ ਵਿੱਚ ਕੀ ਕੀਤਾ ਤੁਸੀਂ ਜਾਣਦੇ ਹੋ? ਉਸ ਨੇ ਕਿਹਾ, ਮੈਂ ਸਰੀਰ ਨੂੰ ਜਾਣਦਾ ਹਾਂ। ਹੁਣ ਮੈਨੂੰ ਗਲਤ ਨਾ ਸਮਝੋ, ਇੱਕ ਦਿਨ ਅਸੀਂ ਆਤਮਿਕ ਸਰੀਰ ਬਣ ਜਾਵਾਂਗੇ ਤੇ ਉਹ ਆਤਮਿਕ ਸਰੀਰ ਛੁਟਕਾਰਾ ਪ੍ਰਾਪਤ ਕਰ ਲੈਣ ਵਾਲੀ ਹੈ। ਕੀ ਤੁਸੀਂ ਜਾਣਦੇ ਹੋ ਕਿ ਜੋ ਤੁਹਾਡੀ ਸਰੀਰਕ ਦੇਹ ਹੁਣ ਪ੍ਰਾਪਤ ਨਹੀਂ ਕਰ ਸਕੀ ਹੈ, ਉਹ ਤੁਹਾਡੀ ਆਤਮਾ ਛੁਟਕਾਰਾ ਪਾ ਚੁੱਕੀ ਹੈ। ਇਹ ਯੀਸ਼ੂ ਮਸੀਹ ਦਾ ਪੂਰਾ ਨਮੂਨਾ ਤੇ ਸਮਾਨ ਰੂਪਤਾ ਹੈ। ਤੁਹਾਡੀ ਆਤਮਾ ਨੂੰ ਆਜ਼ਾਦ ਕੀਤਾ ਜਾ ਰਿਹਾ ਹੈ। ਉਹ ਹੁਣੇ ਆਜ਼ਾਦ ਹੋਣ ਦੇ ਕੰਢੇ ਤੇ ਹੈ। ਤੁਹਾਡੀ ਸਰੀਰਕ ਦੇਹ ਆਜ਼ਾਦ ਨਹੀਂ ਹੋਈ ਹੈ। ਕੀ ਤੁਸੀਂ ਕਦੀ ਧਿਆਨ ਦਿੱਤਾ ਹੈ ਕਿ ਤੁਸੀਂ ਬੇਕਾਰ ਚੀਜ਼ਾਂ ਤੋਂ ਅੱਕ ਜਾਂਦੇ ਹੋ? ਤੁਸੀਂ ਇੱਕ ਨਵੀਂ ਕਾਰ ਖਰੀਦ ਸਕਦੇ ਹੋ ਤੇ ਇੱਕ ਹਫ਼ਤੇ ਦੇ ਬਾਅਦ ਇਹ ਪੁਰਾਣੀ ਟੋਪੀ ਬਣ ਜਾਂਦੀ ਹੈ। ਕਿਉਂ? ਕਿਉਂਕਿ ਸਰੀਰ ਥੱਕ ਜਾਂਦਾ ਹੈ। ਸਰੀਰਕ ਗੱਲਾਂ ਗਹਿਰਾਈ ਵਿੱਚ ਨਹੀਂ ਜਾ ਸਕਦੀਆਂ ਹਨ। ਠੀਕ ਹੈ, ਇਸ ਲਈ ਪਰਮੇਸ਼ਰ ਕਹਿੰਦਾ ਹੈ, ਮੈਂ ਆਪਣੇ ਆਪ ਨੂੰ ਉਹਨਾਂ ਦੇ ਤੇ ਸਰੀਰਕ ਰੂਪ ਨਾਲ ਪ੍ਰਗਟ ਨਹੀਂ ਕਰਾਂਗਾ। ਮੈਂ ਉਹਨਾਂ ਨੂੰ ਪਰਮੇਸ਼ਰ ਦੀ ਗਹਿਰਾਈ ਦੀਆਂ ਗੱਲਾਂ ਆਤਮਾ ਵਿੱਚ ਪ੍ਰਗਟ ਕਰਾਂਗਾ ਤਾਂ ਜੋ ਮੈਨੂੰ ਹਕੀਕਤ ਵਿੱਚ ਜਾਣ ਸਕਣ। ਇਸ ਲਈ ਪਰਮੇਸ਼ਰ ਕਹਿੰਦਾ, ਮੈਂ ਤੁਹਾਡੇ ਨਾਲ ਲੰਬੀ ਦੂਰੀ ਦਾ ਸੰਬੰਧ ਰੱਖਣ ਲਈ ਜਾ ਰਿਹਾ ਹਾਂ ਤਾਂ ਕਿ ਤੁਸੀਂ ਸੱਚਮੁੱਚ ਮੇਰੇ ਮਨ ਨੂੰ ਸਮਝ ਲਓ ਕਿ ਜਦੋਂ ਅਸੀਂ ਵਿਆਹ ਕਰੀਏ ਤਾਂ ਸਾਡਾ ਵਿਆਹ ਇੱਕ ਵਧੀਆ ਵਿਆਹ ਹੋ ਸਕੇ। ਕਿਉਂਕਿ ਯਾਦ ਰੱਖੋ, ਮੈਂ ਕਿਹਾ ਸੀ ਕਿ ਕੁਝ ਉੱਤਮ ਵਿਆਹ ਉਹ ਹਨ ਜੋ ਇੱਕ ਦੂਰੀ ਦੇ ਰਿਸ਼ਤੇ ਤੋਂ ਸ਼ੁਰੂ ਹੁੰਦੇ ਹਨ। ਇਸ ਲਈ ਪਰਮੇਸ਼ਰ ਕਹਿੰਦਾ ਹੈ, ਮੈਨੂੰ ਤੁਹਾਡੀ ਸਰੀਰਕ ਦੇਹੀ ਨਹੀਂ ਚਾਹੀਦੀ। ਇਸ ਦਾ ਛੁਟਕਾਰਾ ਨਹੀਂ ਹੋਇਆ ਹੈ। ਇਸ ਲਈ ਇਸ ਥਾਂ ਤੇ ਯੀਸ਼ੂ ਮਸੀਹ ਥੋਮਾ ਨੂੰ ਝਿੜਕ ਨਹੀਂ ਰਹੇ ਹਨ। ਉਹ ਕਹਿ ਰਹੇ ਹਨ, ਥੋਮਾ, ਜੇਕਰ ਤੂੰ ਸਰੀਰਕ ਗੱਲਾਂ ਵਿੱਚ ਘਿਰਿਆ ਰਹੇਗਾ ਤਾਂ ਤੂੰ ਮੇਰੇ ਨਾਲ ਗਹਿਰਾ ਸੰਬੰਧ ਸਥਾਪਿਤ ਨਹੀਂ ਕਰੇਗਾ। ਤੈਨੂੰ ਆਤਮਾ ਵਿੱਚ ਆਉਣ ਦੀ ਲੋੜ ਹੈ। ਇਸ ਲਈ ਪੌਲਸ ਲਿਖਦਾ ਹੈ, ਹੁਣ ਤੋਂ ਅੱਗੇ ਅਸੀਂ ਕਿਸੇ ਨੂੰ ਵੀ ਸਰੀਰਕ ਤੌਰ ਤੇ ਨਹੀਂ ਜਾਣਦੇ ਹਾਂ। ਅਸੀਂ ਉਸ ਨੂੰ ਆਤਮਾ ਦੇ ਦੁਆਰਾ ਜਾਣਦੇ ਹਾਂ, ਜਿਉਂਦੇ ਪਰਮੇਸ਼ਰ ਦੇ ਆਤਮਾ ਦੇ ਰੂਪ ਵਿੱਚ। ਕਿਉਂ? ਕਿਉਂਕਿ ਪੌਲਸ ਕਹਿੰਦਾ ਹੈ, ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦਾ ਨਹੀਂ, ਸਗੋਂ ਪਰਮੇਸ਼ਰ ਦੀਆਂ ਡੂੰਘੀਆਂ ਵਸਤਾਂ ਦੀ ਖੋਜ ਕਰ ਲੈਂਦਾ ਹੈ। ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹਦੇ ਅੰਦਰ ਹੈ, ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਉਸੇ ਤਰ੍ਹਾਂ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਕੋਈ ਨਹੀਂ ਜਾਣਦਾ ਹੈ। ਸਾਨੂੰ ਜਗਤ ਦਾ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ਰ ਤੋਂ ਹੈ, ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ਰ ਨੇ ਸਾਨੂੰ ਸੇਤ-ਮੇਤ ਬਖਸ਼ੇ ਹਨ। ਪਹਿਲਾ ਕਰੰਥੀਆਂ 2:10-12। ਉਸ ਦੇ ਦਿਲ ਦੇ ਗੂੜੇ ਭੇਦ ਆਦਿ। ਇਸ ਲਈ ਜੇਕਰ ਤੁਸੀਂ ਪਰਮੇਸ਼ਵਰ ਦੇ ਨਾਲ ਗੂੜਾ ਸੰਬੰਧ ਬਣਾਉਣਾ ਚਾਹੁੰਦੇ ਹੋ, ਮੈਂ ਦੈਵੀ ਜਾਂ ਭਿਅੰਕਰ ਦੇ ਸੰਬੰਧ ਬਾਰੇ ਕਹਿ ਰਿਹਾ ਹਾਂ, ਜਿਸ ਵਿੱਚ ਤੁਸੀਂ ਬਹੁਤ ਹੀ ਅਲੌਕਿਕ ਹੋ ਜਾਓਗੇ। ਮੈਂ ਅਸਲੀਅਤ ਵਿੱਚ ਪਰਮੇਸ਼ਰ ਨੂੰ ਜਾਣਨ ਦੇ ਵਿਸ਼ੇ ਵਿੱਚ ਗੱਲ ਕਰ ਰਿਹਾ ਹਾਂ। ਤੁਸੀਂ ਉਸ ਦੇ ਆਤਮਾ ਦੇ ਦੁਆਰਾ ਉਸ ਨੂੰ ਜਾਣ ਸਕਦੇ ਹੋ, ਕਿਉਂਕਿ ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਸ ਦੇ ਅੰਦਰ ਹੈ, ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਇਸੇ ਪ੍ਰਕਾਰ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ। ਅਗਲੇ ਭਾਗ ਵਿੱਚ ਮੈਂ ਫਿਰ ਤੁਹਾਨੂੰ ਮਿਲਾਂਗਾ।